दोहरा मंडीपति मई पाल को सुध कीनी किन आए। अब लो गुर डेरा तहाँ चमू संग समुदाय। वाहिगुरु जी का खालसा वाहिगुरु जी की फतेह। धन धन गुरुदेव जिस संग हर जपे गुर कृपाल जपे ता अवगुण सब छपे। करण कारण कृपा निधान पतत पावन भगत वछलो अनाथ नाथ जगत गुरु। श्री गुरु ग्रंथ साहिब जी दे पावन पवित्र चरण कमलों च एकत्र होई हाजरियां भर रहे गुरु स्वरूप गुरु खालसा साध संगत जीओ। वडभागी साध संग प्राप्त तिन भेटत दुरमत खोई। वड्या भागा वाले हो नेता प्रति नौवें पातशाह दे पावन दरबार दियां हाजरियां भर के साहिबे कमाल पंथ दे वाले चिट्टियां बाजां वाले शमशेरे बहादुर सरबंसदानी सतगुरु श्री गुरु गोबिंद सिंह साहिब जी महाराज जी दे पवित्र इतिहास की चल रही लड़ीवार कथा बहुत ही अदब सत्कार श्रद्धा ते भावना सहित आप जी सरवण कर रहे हो। रवालसर साहिब सतगुरु कलगीधर जी विराजमान हैं। इत्थे जो नाग जाति है और दूसरे पासे जो यक्ष हैं उन्हां दी आपसी लड़ाई कलगीधर पातशाह जी ने निर्वृत की है। कुछ समा रवालसर साहब रह के अनेकां जीवां दी कल्याण सतगुरु कलगीधर स्वामी जी ने की है। शरण आया नूं अनेकां नूं तारिया है। हुक्म कीता खालसा जी चलो हुण वापस श्री आनंदपुर साहब चलीए। तैयारियां कीतियां नगारे ते चोभां वजियां हन। श्री आनंदपुर साहब नूं महाराज जी परते हन। उधर मंडी दा राजा है सिद्ध सैन गुरु साहब दे दर्शनां दा विलाखी है। आओ मन बिरतियां एकाग्र करके सतगुरु कलगीधर पातशाह जी का पावन पवित्र इतिहास सरवण करिए। दशमेश जी के पवित्र चरणों का ध्यान हिरदे च वसाओ। वह प्रगट्यो मर्द अगमड़ा वरियाम अकेला। वाहो वाहो गोबिंद सिंह आपे गुरचेला। ऐसे महान दीन दयाल सतगुरु कलगीधर स्वामी जी के चरणों विच अपनियां हाजरियां लवाओ। समूह माई भाई अपनी रसना नूं पवित्र करो। आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा मंडीपति मई पाल को सुध कीनी किन आए। मंडी दे राजे सिद्ध सैन नूं किसी ने आके खबर दिती है
ਕਿਸੇ ਨੇ ਆ ਕੇ ਸੁਧ ਦਿੱਤੀ ਹੈ। ਅਬ ਲੋ ਗੁਰ ਡੇਰਾ ਤਹਾਂ ਚਮੋ ਸੰਗ ਸਮੁਦਾਇ। ਕਿ ਕਲਗੀਧਰ ਪਾਤਸ਼ਾਹ ਜੀ ਦਾ ਡੇਰਾ ਹਾਲੇ ਤੱਕ ਰਵਾਲਸਰ ਸਾਹਿਬ ਵਿਖੇ ਹੈ, ਕਿਉਂਕਿ ਮੇਲਾ ਲੱਗੇ ਨੂੰ ਕਾਫੀ ਦਿਨ ਬੀਤ ਚੁੱਕੇ ਸਨ। ਤੋ ਰਾਜੇ ਸਿੱਧ ਸੈਨ ਨੂੰ ਇਹ ਨਹੀਂ ਸੀ ਪਤਾ ਕਿ ਸਤਿਗੁਰੂ ਜੀ ਹਾਲੇ ਇੱਥੇ ਹੀ ਨੇ। ਕਿਸੇ ਨੇ ਆ ਕੇ ਖਬਰ ਦਿੱਤੀ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੀਆਂ ਫੌਜਾਂ ਸਮੇਤ, ਆਪਣੇ ਪੰਥ ਖਾਲਸੇ ਸਿੰਘਾਂ ਦੇ ਸਮੇਤ ਹਾਲੇ ਸ੍ਰੀ ਰਵਾਲਸਰ ਸਾਹਿਬ ਵਿਖੇ ਹੀ ਬਿਰਾਜਮਾਨ ਹਨ। ਚੋਪਈ ਸੁਨ ਕਰ ਆਪਣੇ ਹਿਰਦੇ ਵਿਚਾਰੀ। ਮੰਡੀ ਦੇ ਰਾਜੇ ਨੇ ਸੁਣ ਕੇ ਆਪਣੇ ਹਿਰਦੇ 'ਚ ਵਿਚਾਰ ਕੀਤੀ ਹੈ। ਗੁਰ ਆਨੋ ਇਸ ਪੰਥ ਮਝਾਰੀ। ਕਿ ਸਤਿਗੁਰੂ ਜੀ ਨੂੰ ਰਵਾਲਸਰ ਸਾਹਿਬ ਤੋਂ ਮੈਂ ਇਹ ਜਿਹੜਾ ਮੰਡੀ ਵਾਲਾ ਰਾਹ ਹੈ ਇਸ ਰਸਤਿਓਂ ਲੈ ਕੇ ਆਵਾਂ, ਇਸ ਰਸਤਿਓਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੁਲਾਵਾਂ। ਮਿਲੋ ਜਾਏ ਤੈ ਨਿਜ ਸੰਗ ਲਿਆਓ। ਔਰ ਆਪ ਅੱਗੇ ਚੱਲ ਕੇ ਸਤਿਗੁਰਾਂ ਨੂੰ ਮਿਲ ਕੇ ਮਹਾਰਾਜ ਜੀ ਨੂੰ ਆਪਣੇ ਨਾਲ ਲੈ ਕੇ ਆਵਾ। ਨਿਜਪੁਰ ਮੈਂ ਡੇਰਾ ਉਤਰਾਓ। ਔਰ ਆਪਣੇ ਨਗਰ ਦੇ ਵਿੱਚ ਸਤਿਗੁਰੂ ਜੀ ਦਾ ਡੇਰਾ ਕਰਾਵਾਂ। ਮੰਡੀ ਵਿੱਚ ਇਹਦਾ ਰਾਜ ਸੀ, ਸੁਕੇਤ ਮੰਡੀ। ਮਨ 'ਚ ਭਾਵਨਾ ਹੋਈ ਕਿ ਸਤਿਗੁਰੂ ਜੀ ਦਾ ਆਪਣੇ ਨਗਰ ਦੇ ਵਿੱਚ ਉਤਾਰਾ ਕਰਾਵਾਂ, ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਪਰਸ ਕੇ ਉਹਨਾਂ ਦੀ ਸੇਵਾ ਟਹਿਲ ਕਰਾਂ। ਸੇਵਾ ਕਰੋ ਪ੍ਰੀਤ ਕੋ ਧਰ ਕੇ। ਆਪਣੇ ਹਿਰਦੇ 'ਚ ਪ੍ਰੀਤ ਧਾਰਨ ਕਰਕੇ ਸਤਿਗੁਰਾਂ ਦੀ ਸੇਵਾ ਕਰਾਂ, ਕਿਉਂਕਿ ਸਤਿਗੁਰ ਕੀ ਸੇਵਾ ਸਫਲ ਹੈ। ਗੁਰੂ ਪਾਤਸ਼ਾਹ ਜੀ ਦੀ ਸੇਵਾ ਫਲ ਸਹਿਤ ਹੈ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਜੰਮਣ ਮਰਣਾ ਮਿਟ ਗਿਆ, ਕਾਲੈ ਕਾ ਕਿਛ ਨਾ ਵਸਾਏ। ਤੋ ਸਤਿਗੁਰਾਂ ਦੀ ਸੇਵਾ ਕਰਕੇ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਾਂ, ਇਹ ਭਾਵਨਾ ਮੰਡੀ ਦੇ ਰਾਜੇ ਸਿੱਧ ਸੈਨ ਦੇ ਮਨ ਵਿੱਚ ਹੋਈ ਹੈ। ਦੀਨ ਦੁਨੀ ਸੁਖ ਪੈ ਹੋ ਕਰਕੇ। ਔਰ ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ ਸਤਿਗੁਰਾਂ ਦੀ ਸੇਵਾ ਕਰਕੇ ਮੈਂ ਸੁਖ ਪ੍ਰਾਪਤ ਕਰਾਂ। ਇੱਥੇ ਵੀ ਮੈਨੂੰ ਸੁਖ ਮਿਲੇਗਾ ਔਰ ਅੱਗੇ ਪਰਲੋਕ ਵਿੱਚ ਵੀ ਮੈਨੂੰ ਸੁਖ ਦੀ ਪ੍ਰਾਪਤੀ ਹੋਵੇਗੀ। ਸ਼੍ਰੀ ਮੁਖ ਤੇ ਜਿਮ ਬਾਕ ਬਖਾਨੇ। ਸਤਿਗੁਰੂ ਜੀ ਆਪਣੇ ਮੁਖਾਰ ਬਿੰਦ ਚੋਂ ਜਿਸ ਤਰ੍ਹਾਂ ਦਾ ਵੀ ਬਚਨ ਉਚਾਰਨਗੇ, ਜੋ ਹੁਕਮ ਜੋ ਆਗਿਆ ਕਲਗੀਧਰ ਸੁਆਮੀ ਜੀ ਕਰਨਗੇ, ਹੋਏ ਸੋ ਨਿਸ਼ਚੇ ਸਭ ਜਗ ਜਾਣੇ। ਐਸਾ ਹੁੰਦਾ ਹੈ, ਇਹ ਨਿਸ਼ਚਾ ਹੈ, ਸੰਸਾਰ ਦੇ ਸਾਰੇ ਜਗਤ ਦੇ ਵਿੱਚ ਲੋਕ ਇਹ ਜਾਣਦੇ ਹਨ ਕਿ ਸਤਿਗੁਰੂ ਜੀ ਜੋ ਵੀ ਬਚਨ ਆਪਣੇ ਮੁਖਾਰ ਬਿੰਦ ਚੋਂ ਕਰਦੇ ਨੇ, ਜੋ ਹੁਕਮ ਜੋ ਆਗਿਆ ਸਤਿਗੁਰੂ ਜੀ ਕਰਦੇ ਹਨ, ਕਰ ਇਤਿਆਦ ਕਾਮ ਨਾ ਚੜਿਓ। ਉਹ ਸੰਸਾਰ ਦੇ ਵਿੱਚ ਪੂਰਾ ਹੁੰਦਾ, ਉਹ ਹੋ ਕੇ ਰਹਿੰਦਾ ਜਿਹੜਾ ਬਚਨ ਸਤਿਗੁਰੂ ਜੀ ਕਰਦੇ ਨੇ। ਜਿਹੜਾ ਵੀ ਬਚਨ ਆਪਣੀ ਰਸਨਾ ਤੋਂ ਕਰਦੇ ਨੇ ਉਹ ਪੂਰਾ ਹੁੰਦਾ ਹੈ। ਤੋ ਇਸ ਤਰ੍ਹਾਂ ਮੰਡੀ ਦੇ ਰਾਜੇ ਨੇ ਆਪਣੇ ਹਿਰਦੇ ਵਿੱਚ ਇਹ ਕਾਮਨਾ ਕੀਤੀ ਹੈ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆਪਣੇ ਨਗਰ ਵਿੱਚ ਲਿਆ ਕੇ ਉਤਾਰਾ ਕਰਵਾ ਕੇ ਸਤਿਗੁਰਾਂ ਦੀ ਸੇਵਾ ਟਹਿਲ ਕਰਕੇ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਾਂ। ਗੁਰੂ ਮਿਲਨ ਕੋ ਆਨੰਦ ਬੜਿਓ। ਸਤਿਗੁਰੂ ਜੀ ਨੂੰ ਮਿਲਣ ਦਾ ਭਾਰੀ ਆਨੰਦ, ਗੁਰਦੇਵ ਦੇ ਦਰਸ਼ਨਾਂ ਦੀ ਭਾਰੀ ਖੁਸ਼ੀ ਮੰਡੀ ਦੇ ਰਾਜੇ ਸਿੱਧ ਸੈਨ ਦੇ ਹਿਰਦੇ 'ਚ ਹੋ ਰਹੀ ਹੈ। ਲੇਕਰ ਸੰਗ ਚਮੂ ਨਿਜ ਕੇਰੀ। ਇਹ ਵਿਚਾਰ ਕਰਕੇ ਰਾਜਾ ਸਿੱਧ ਸੈਨ ਆਪਣੇ ਕੁਝ ਸਿਪਾਹੀਆਂ ਨੂੰ, ਆਪਣੇ ਕੁਝ ਅਹਿਲਕਾਰ ਵਜ਼ੀਰਾਂ ਨੂੰ ਨਾਲ ਲੈ ਕੇ ਕੀਤਕ ਦੂਰ ਗਇਓ ਤਿਸ ਬੇਰੀ। ਇਹ ਮੰਡੀ ਤੋਂ ਅੱਗੇ ਰਵਾਲਸਰ ਸਾਹਿਬ ਵਾਲੇ ਪਾਸੇ ਨੂੰ ਅੱਗੇ ਗਿਆ। ਇਹਨੂੰ ਨਹੀਂ ਸੀ ਪਤਾ ਕਿ ਉਧਰੋਂ ਸਤਿਗੁਰੂ ਜੀ ਵੀ ਚੱਲ ਪਏ ਨੇ। ਇਧਰੋਂ ਟੁਰ ਪਿਆ ਕਿ ਰਸਤੇ ਵਿੱਚ ਰਵਾਲਸਰ ਸਾਹਿਬ ਜਾ ਕੇ ਸਤਿਗੁਰਾਂ ਨੂੰ ਬੇਨਤੀ ਕਰਕੇ ਲੈ ਕੇ ਆਵਾ। ਆਵਤ ਗੁਰੂ ਅਗਾਰੀ ਚਲੇ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਦੇ ਅੱਗੇ ਜਾਣ ਤੋਂ ਪਹਿਲਾਂ ਉਧਰੋਂ ਮਹਾਰਾਜ ਜੀ ਪਹਿਲਾਂ ਹੀ ਚੱਲ ਪਏ ਸਨ ਰਵਾਲਸਰ ਸਾਹਿਬ ਤੋਂ। ਇਧਰੋਂ ਰਾਜਾ ਸਿੱਧ ਸੈਨ ਚੱਲਿਆ, ਉਧਰੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੱਲ ਪਏ ਹਨ।
ਇਸ ਤਰ੍ਹਾਂ ਜਾਪਦਾ ਹੈ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹਿਲਾਂ ਹੀ ਰਵਾਲਸਰ ਸਾਹਿਬ ਤੋਂ ਅੱਗੇ ਚੱਲ ਕੇ ਆ ਗਏ। ਹਰਕਤ ਹੋਏ ਪੰਥ ਮੋ ਮਿਲੇ, ਰਸਤੇ ਵਿੱਚ ਹੀ ਬੜੀ ਖੁਸ਼ੀ ਦੇ ਨਾਲ ਰਾਜਾ ਸਿੱਧ ਸੈਨ ਮਹਾਰਾਜ ਜੀ ਨੂੰ ਮਿਲਿਆ। ਰਵਾਲਸਰ ਸਾਹਿਬ ਨਹੀਂ ਜਾਣਾ ਪਿਆ, ਤੋ ਰਸਤੇ ਦੇ ਵਿੱਚ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਮਿਲਣੀ ਹੋਈ, ਮਹਾਰਾਜ ਜੀ ਦੇ ਨਾਲ ਮਿਲਾਪ ਹੋਇਆ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੀ ਬੜੇ ਪ੍ਰਸੰਨ ਹੋਏ। ਉਤਰ ਤੁਰੰਗਮ ਤੇ ਟਿਗ ਗਇਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਵਾਰੀ ਵੇਖ ਕੇ ਰਾਜਾ ਸਿੱਧ ਸੈਨ ਆਪਣੇ ਘੋੜੇ ਤੋਂ ਥੱਲੇ ਲੱਥ ਕੇ ਮਹਾਰਾਜ ਜੀ ਦਾ ਸਤਿਕਾਰ ਕਰਨ ਲਈ, ਅਦਬ ਕਰਨ ਲਈ ਅੱਗੇ ਚੱਲ ਕੇ ਆਇਆ। ਚਰਨ ਸਰੋਜ ਬੰਦ ਨਾ ਕਇਓ, ਮਹਾਰਾਜ ਜੀ ਦੇ ਸੋਹਣੇ ਪਵਿੱਤਰ ਚਰਨ ਕਮਲਾਂ ਦੇ ਉੱਤੇ ਬੜੇ ਅਦਬ ਨਾਲ, ਸਤਿਕਾਰ ਨਾਲ ਰਾਜੇ ਸਿੱਧ ਸੈਨ ਨੇ, ਰਾਜੇ ਮੰਡੀ ਨੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ, ਪ੍ਰਣਾਮ ਕੀਤੀ ਹੈ। ਹਾਥ ਜੋੜ ਪੁਨ ਬਿਨਤੀ ਪਨੀ, ਹੱਥ ਜੋੜ ਕੇ ਸਤਿਗੁਰੂ ਕਲਗੀਧਰ ਜੀ ਨੂੰ ਬੇਨਤੀ ਕੀਤੀ ਹੈ। ਬੜੇ ਸਨਿਮਰ ਭਾਵ ਨਾਲ ਮਹਾਰਾਜ ਜੀ ਨੂੰ ਬੇਨਤੀ ਕਰਦਿਆਂ ਕਹਿਣ ਲੱਗਾ, ਮੈਂ ਜਬ ਰਾਵਰ ਕੀ ਸੁਧ ਸੁਨੀ, ਮਹਾਰਾਜ ਜਦੋਂ ਮੈਨੂੰ ਖਬਰ ਹੋਈ, ਮੈਨੂੰ ਕਿਸੇ ਨੇ ਆ ਕੇ ਸੁਧ ਦਿੱਤੀ ਕਿ ਆਪ ਜੀ ਹਾਲੇ ਰਵਾਲਸਰ ਸਾਹਿਬ ਹੀ ਟਿਕੇ ਹੋਏ ਹੋ, ਇਸ ਮਗ ਲਿਆਵਨ ਹੀਤ ਸਿਧਾਰਾ, ਮੈਂ ਆਪਣੇ ਘਰੋਂ ਚੱਲ ਕੇ ਆਪ ਜੀ ਨੂੰ ਇਸ ਰਸਤਿਓਂ ਲਿਆਉਣ ਲਈ ਕਿ ਆਪ ਜੀ ਮੰਡੀ ਵਾਲੇ ਰਸਤਿਓਂ ਦੀ ਹੋ ਕੇ ਵਾਪਸ ਜਾਓ, ਇਸ ਭਾਵਨਾ ਨੂੰ ਆਪਣੇ ਹਿਰਦੇ 'ਚ ਰੱਖ ਕੇ ਮੈਂ ਅੱਗੇ ਚੱਲ ਕੇ ਆਇਆ ਹਾਂ। ਤੁਮ ਪੂਰਬਈ ਇਤ ਪਗ ਧਾਰਾ, ਸਤਿਗੁਰੂ ਜੀ ਤੁਸੀਂ ਤਾਂ ਬੜੇ ਦਿਆਲੂ ਹੋ, ਤੁਸੀਂ ਤਾਂ ਪਹਿਲਾਂ ਹੀ ਇਸ ਰਸਤੇ ਆਪਣੇ ਚਰਨ ਧਰ ਕੇ ਆ ਰਹੇ ਹੋ। ਮੈਂ ਤਾਂ ਹਾਲੇ ਲੈਣ ਜਾ ਹੀ ਰਿਹਾ ਸੀ, ਪਰ ਤੁਸੀਂ ਇੰਨੇ ਕਿਰਪਾਲੂ ਹੋ ਸਤਿਗੁਰੂ ਜੀ ਕਿ ਆਪ ਜੀ ਪਹਿਲੋਂ ਹੀ ਇਸ ਰਸਤੇੋਂ ਚੱਲ ਕੇ ਆ ਰਹੇ ਹੋ। ਕਟ ਕਟ ਸਭ ਕੇ ਜਾਣਨ ਹਾਰੇ, ਮਹਾਰਾਜ ਜੀ ਘਟ ਘਟ ਦੇ ਸਾਰਿਆਂ ਦੇ ਹਿਰਦਿਆਂ ਦੇ ਤੁਸੀਂ ਜਾਣਨਹਾਰੇ ਹੋ। ਸਗਲ ਘਟਾ ਕਾ ਅੰਤਰਜਾਮੀ, ਮਹਾਰਾਜ ਸਾਰਿਆਂ ਘਟਾਂ ਦੇ ਅੰਦਰ ਕਿਸ ਦੇ ਘਟ 'ਚ ਕੀ ਵਰਤਦਾ ਹੈ, ਉਸ ਦੇ ਦਿਲਾਂ ਦੀ, ਹਿਰਦੇ ਦੀ ਤੁਸੀਂ ਜਾਣਨ ਵਾਲੇ ਅੰਤਰਜਾਮੀ ਸੁਆਮੀ ਹੋ। ਜਨ ਸਿੱਖਨ ਕੇ ਕਾਜ ਸੁਧਾਰੇ, ਔਰ ਆਪਣਿਆਂ ਜਨਾਂ ਤੇ ਸੇਵਕਾਂ ਦੇ ਕਾਰਜ ਸਵਾਰਨ ਵਾਲੇ ਹੋ ਮਹਾਰਾਜ। ਆਪਣਿਆਂ ਸੇਵਕਾਂ ਦੇ ਦਿਲਾਂ ਦੀਆਂ ਬੁੱਝ ਕੇ, ਆਪਣਿਆਂ ਸੇਵਕਾਂ ਦੇ ਹਿਰਦਿਆਂ ਦੀ ਜਾਣ ਕੇ, ਹੇ ਕਲਗੀਧਰ ਸੁਆਮੀ ਜੀ ਤੁਸੀਂ ਆਪਣਿਆਂ ਸੇਵਕਾਂ ਦੇ ਕਾਰਜ ਸਵਾਰਨ ਵਾਲੇ ਹੋ, ਆਪਣਿਆਂ ਪਿਆਰਿਆਂ ਦੇ ਕਾਰਜ ਸਵਾਰਨ ਵਾਲੇ ਹੋ। ਥਿਰ ਘਰ ਵੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਮਹਾਰਾਜ ਤੁਸੀਂ ਆਪਣਿਆਂ ਜਨਾਂ ਤੇ ਸੇਵਕਾਂ ਦੇ ਕਾਰਜ ਸਵਾਰਨ ਵਾਲੇ ਹੋ। ਮਮਪੁਰ ਮੈਂ ਪਾਵਨ ਕਰ ਪਾਵਨ, ਮਹਾਰਾਜ ਮੇਰੀ ਕਾਂਖਾ ਹੈ, ਮੈਂ ਬੇਨਤੀ ਕਰਨ ਲਈ ਆਪ ਜੀ ਕੋਲ ਰਵਾਲਸਰ ਆ ਰਿਹਾ ਸੀ। ਰਸਤੇ ਵਿੱਚ ਆਪ ਜੀ ਆਪ ਪਹੁੰਚੇ ਹੋ, ਮੇਰੇ ਤੇ ਕਿਰਪਾ ਕਰਕੇ ਦਇਆ ਕਰੋ ਮਹਾਰਾਜ। ਆਪਣੇ ਪਵਿੱਤਰ ਚਰਨ ਮੇਰੇ ਨਗਰ ਵਿੱਚ ਪਾ ਕੇ ਮੇਰੇ ਨਗਰ ਨੂੰ ਪਾਵਨ ਤੇ ਪਵਿੱਤਰ ਬਣਾਓ। ਪਾਵਨ ਕਰੋ ਸਰਬ ਹੀ ਥਾਵਨ, ਔਰ ਮੇਰੇ ਨਗਰ ਦੀਆਂ ਸਰਬ ਥਾਵਾਂ ਨੂੰ ਆਪ ਜੀ ਆਪਣੇ ਚਰਨਾਂ ਨਾਲ ਛੂਹ ਕੇ ਪਵਿੱਤਰ ਕਰੋ ਕਲਗੀਧਰ ਸੁਆਮੀ। ਜਿੱਥੇ ਤੁਸੀਂ ਆਪਣੇ ਚਰਨ ਪਾਉਂਦੇ ਹੋ ਸਤਿਗੁਰੂ ਜੀ, ਉਹ ਥਾਂ ਭਾਗਸ਼ਾਲੀ ਹੋ ਜਾਂਦਾ ਹੈ, ਉਹ ਥਾਂ ਪਵਿੱਤਰ ਤੇ ਪਾਵਨ ਹੋ ਜਾਂਦਾ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਮਹਾਰਾਜ ਉਹ ਥਾਂ ਸੁਹਾਵਣੀ ਹੋ ਜਾਂਦੀ ਹੈ, ਉਹ ਥਾਂ ਪਵਿੱਤਰ ਹੋ ਜਾਂਦੀ ਹੈ ਮਹਾਰਾਜ, ਜਿੱਥੇ ਤੁਸੀਂ ਆਣ ਕੇ ਬਿਰਾਜਮਾਨ ਹੁੰਦੇ ਹੋ। ਗੁਰਸਿੱਖ ਉਸ ਥਾਂ ਦੀ ਭਾਲ ਕਰਕੇ ਉਥੋਂ ਦੀ ਧੂੜ ਆਪਣੇ ਮਸਤਕ ਤੇ ਲਾਉਂਦੇ ਹਨ ਕਿ ਇਹ ਥਾਂ ਮੇਰੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਦੇ ਨਾਲ ਛੂਹ ਕੇ ਪਵਿੱਤਰ ਤੇ ਪਾਵਨ ਹੋਈ ਹੈ। ਅੱਜ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਆਗਮਨ ਹੋਇਆ। ਪਟਿਆਲੇ ਸ਼ਹਿਰ ਨੂੰ ਮਹਾਰਾਜ ਜੀ ਨੇ ਕਿਰਤਾਰਥ ਕੀਤਾ ਜਦੋਂ ਸ਼ਹੀਦੀ ਦੇਣ ਲਈ ਮੇਰੇ ਸਾਹਿਬ ਦਿੱਲੀ ਜਾ ਰਹੇ ਸਨ। ਤੋ ਇੱਥੇ ਮੋਤੀ ਬਾਗ ਸਾਹਿਬ ਵਾਲੇ ਪਾਵਨ ਸਥਾਨ ਤੇ ਅੱਜ ਦੇ ਦਿਨ ਸਤਿਗੁਰਾਂ ਨੇ ਉਤਾਰਾ ਕੀਤਾ ਸੀ।
ਸੰਗਤਾਂ ਉਹ ਦਿਨ ਬੜੀ ਸ਼ਰਧਾ ਭਾਵਨਾ ਆਸਥਾ ਸਤਿਕਾਰ ਸਹਿਤ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਇਕੱਤਰ ਹੋ ਕੇ ਮਨਾਉਂਦੀਆਂ ਨੇ। ਅੱਜ ਵੀ ਮਨਾਇਆ ਜਾ ਰਿਹਾ ਹੈ। ਗੁਰਸਿੱਖ ਉਸ ਥਾਂ ਦੀ ਭਾਲ ਕਰਕੇ ਉਥੋਂ ਦੀ ਧੂੜ ਚੁੱਕ ਕੇ ਆਪਣੇ ਮਸਤਕ ਤੇ ਲਾਉਂਦੇ ਹਨ ਜਿੱਥੇ ਸਤਿਗੁਰਾਂ ਦੇ ਪਾਵਨ ਚਰਨ ਪੈਂਦੇ ਨੇ। ਰਾਜਾ ਸਿੱਧ ਸੈਨ ਬੇਨਤੀ ਕਰਦਿਆਂ ਕਹਿ ਰਿਹਾ ਹੈ, ਸਤਿਗੁਰੂ ਆਪ ਜੀ ਤਰਸ ਕਰੋ, ਕਿਰਪਾ ਕਰੋ, ਮੇਰੀ ਨਗਰੀ ਨੂੰ ਆਪਣੇ ਚਰਨ ਪਾ ਕੇ ਪਵਿੱਤਰ ਕਰੋ। ਉੱਥੇ ਆਪ ਜੀ ਦੇ ਚਰਨ ਜਦੋਂ ਸਪਰਸ਼ ਹੋਣਗੇ ਤਾਂ ਉਹ ਸਾਰੀ ਧਰਣੀ ਪਵਿੱਤਰ ਤੇ ਪਾਵਨ ਹੋ ਜਾਵੇਗੀ। ਸ਼੍ਰੀ ਪ੍ਰਭ ਕਹਿਓ ਇਸੀ ਮਗ ਆਏ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਹੇ ਰਾਜਾ ਸਿੱਧ ਸੈਨ, ਅਸੀਂ ਇਸੇ ਰਸਤੇ ਚੱਲ ਕੇ ਆ ਰਹੇ ਸੀ। ਤਬ ਮੈਂ ਉਤਰੇ ਆਵ ਜਾਏ। ਜ਼ਰੂਰ ਅਸੀਂ ਨਗਰ ਵਿੱਚ ਆ ਕੇ ਉਤਾਰਾ ਕਰਾਂਗੇ। ਚੜੋ ਤੁਰੰਗਮ ਪਰ ਚੱਲ ਆਗੇ। ਚਲੋ ਰਾਜਾ ਸਿੱਧ ਸੈਨ ਜੀ, ਘੋੜੇ ਤੇ ਸਵਾਰ ਹੋ ਕੇ ਤੁਸੀਂ ਅੱਗੇ ਲੱਗੋ। ਆਪਣੇ ਨਗਰ ਵੱਲ ਚੱਲਣ ਦਾ ਸਾਡਾ ਰਸਤਾ ਜਿਹੜਾ ਹੈ ਉਹ ਸੁਧਾਰੋ ਤੇ ਆਪਣੇ ਨਗਰ ਵੱਲ ਨੂੰ ਤੁਸੀਂ ਸਾਡੇ ਅੱਗੇ ਲੱਗ ਕੇ ਚੱਲੋ, ਅਸੀਂ ਨਾਲ ਤੁਹਾਡੇ ਆਉਂਦੇ ਹਾਂ। ਹਮ ਆਵੇਂ ਤੁਝ ਪਾਛੇ ਲਾਗੇ। ਤੁਸੀਂ ਅੱਗੇ ਚੱਲੋ, ਅਸੀਂ ਤੁਹਾਡੇ ਪਿੱਛੇ ਚੱਲ ਕੇ ਆਉਂਦੇ ਹਾਂ। ਸੁਨ ਗਿਰਪਤ ਕਹਿ ਚਲੋ ਪਿਛਾਰੀ। ਸੁਣ ਕੇ ਰਾਜਾ ਸਿੱਧ ਸੈਨ ਕਹਿਣ ਲੱਗਾ, ਮਹਾਰਾਜ ਮੇਰੀ ਕੀ ਮਜਾਲ, ਮੈਂ ਤੁਹਾਡੇ ਅੱਗੇ ਲੱਗਾ ਤੇ ਤੁਸੀਂ ਪਿੱਛੇ ਆਓ ਚੱਲ ਕੇ। ਮਹਾਰਾਜ ਮੇਰੇ 'ਚ ਇੰਨੀ ਤਾਕਤ ਤਾਣ ਕਿੱਥੇ? ਨਹੀਂ ਮਹਾਰਾਜ, ਮੈਂ ਤੁਹਾਡੇ ਅੱਗੇ ਨਹੀਂ ਲੱਗਣਾ, ਤੁਸੀਂ ਮੇਰੇ ਅੱਗੇ ਲੱਗੋ। ਸਤਿਗੁਰੂ ਮੈਂ ਤੁਹਾਡੇ ਪਿੱਛੇ ਚੱਲ ਕੇ ਆਵਾਂਗਾ। ਹਰ ਕੇ ਸੰਤ ਬਤਾਵੋ ਮਾਰਗ, ਹਮ ਪਾਛੈ ਲਾਗ ਚੱਲੀ। ਮਹਾਰਾਜ ਅਸੀਂ ਤਾਂ ਆਪ ਜੀ ਦੇ ਪਿੱਛੇ ਚੱਲ ਕੇ ਜਾਣ ਵਾਲੇ ਹਾਂ। ਊਜੈ ਪ੍ਰਭ ਜੀ ਆਪ ਅਗਾਰੀ। ਮਹਾਰਾਜ ਤੁਸੀਂ ਆਪ ਅੱਗੇ ਹੋਵੋ, ਤੁਸੀਂ ਅੱਗੇ ਲੱਗ ਕੇ ਚੱਲੋ, ਮੈਂ ਆਪ ਜੀ ਦੇ ਪਿੱਛੇ ਆਪ ਜੀ ਦੇ ਚਰਨਾਂ ਦਾ ਦਾਸ ਬਣ ਕੇ ਚੱਲਾਂਗਾ। ਰਾਵਰ ਕੋ ਡੇਰਾ ਕਰਵਾਵੋ। ਔਰ ਆਪ ਪਿੱਛੇ ਚੱਲਦਿਆਂ ਨਾਲ ਨਾਲ ਮਹਾਰਾਜ ਆਪ ਜੀ ਦਾ ਡੇਰਾ ਮੰਡੀ ਵਿੱਚ ਕਰਾਵਾਂਗਾ। ਪੁਨ ਮੈਂ ਆਪਣੇ ਸਦਨ ਸਿਧਾਵੋ। ਫਿਰ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਘਰ ਵਾਪਸ ਚਲਾ ਜਾਵਾਂਗਾ। ਕਿਮ ਕੈ ਸੰਗ ਤੁਰੰਗਮ ਕੀਨ। ਇਹ ਤਾਂ ਕਹਿ ਕੇ ਮੰਡੀ ਦੇ ਰਾਜੇ ਨੇ ਆਪ ਘੋੜਾ ਪਿੱਛੇ ਲਾ ਲਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਅੱਗੇ ਟੋਰਿਆ ਹੈ। ਚਲਤ ਪੰਥ ਕੈ ਸੁਨਤ ਪ੍ਰਬੀਨ। ਔਰ ਰਸਤੇ ਵਿੱਚ ਕਈ ਵਾਰ ਸਿੱਧ ਸੈਨ ਨੂੰ ਨੇੜੇ ਸੱਦ ਕੇ ਮਹਾਰਾਜ ਜੀ ਨਾਲ ਉਹਦੇ ਨਾਲ ਬਚਨ ਵਿਲਾਸ ਕਰਦੇ ਹਨ। ਮੰਡੀ ਦੇ ਰਾਜੇ ਨਾਲ ਗੱਲਬਾਤ ਕਰਦੇ ਨੇ, ਇਲਾਕੇ ਦੀ ਜਾਣਕਾਰੀ ਪੁੱਛਦੇ ਹਨ। ਦਿਵਸ ਟਰਿਓ ਚਾਲਤ ਮਗ ਜਾਬੇ। ਔਰ ਚਲਦਿਆਂ ਚਲਦਿਆਂ ਜਦੋਂ ਦਿਨ ਢਲ ਗਿਆ, ਸਰਤਾ ਤੀਰ ਪਹੁੰਚੇ ਤਬੇ। ਸਤਿਗੁਰੂ ਜੀ ਦਰਿਆ ਬਿਆਸ ਦਰਿਆ ਵਗਦਾ ਇੱਥੇ, ਦਰਿਆ ਦੇ ਕੰਢੇ ਸਤਿਗੁਰੂ ਕਲਗੀਧਰ ਜੀ ਪਹੁੰਚ ਗਏ। ਤਰੇ ਤਰਾ ਪਗ ਜੁਗ ਪਗ ਕਮਲ। ਮਹਾਰਾਜ ਜੀ ਨੇ ਆਪਣੇ ਦੋਨੋਂ ਪਵਿੱਤਰ ਚਰਨ ਕਮਲ ਜ਼ਮੀਨ ਤੇ ਧਰਤੀ ਤੇ ਰੱਖੇ ਹਨ। ਦਾਸ ਆਏ ਸ਼ੁਭ ਫਰਸ਼ ਵਿਛਾਵਾ। ਸੇਵਾਦਾਰ ਆ ਗਏ ਕਿਉਂਕਿ ਸ਼ਾਮ ਪੈ ਚੁੱਕੀ ਸੀ, ਹੁਣ ਡੇਰਾ ਕਰਨਾ ਸੀ। ਸੇਵਾਦਾਰਾਂ ਨੇ ਆ ਕੇ ਸੋਹਣੇ ਫਰਸ਼ ਸੋਹਣੀ ਵਿਛਾਈ, ਸੋਹਣੇ ਗਲੀਚੇ ਵਿਛਾ ਦਿੱਤੇ। ਉਤਰਿਓ ਗਿਰਪਤ ਚਮੂ ਸਮੇਤ। ਔਰ ਰਾਜਾ ਵੀ ਆਪਣੀ ਫੌਜ ਦੇ ਸਮੇਤ ਉਤਰਿਆ ਹੈ। ਸ਼੍ਰੀ ਪ੍ਰਭ ਨਿਕਟ ਹੋਏ ਸਹਿ ਚੇਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਆਇਆ ਸੁਚੇਤ ਹੋ ਕੇ। ਥਾਨ ਥਾਨ ਤਟ ਸਿੰਘ ਥਿਰੇ ਹੈ। ਦਰਿਆ ਦੇ ਕੰਢੇ ਜਿੱਥੇ ਜਿੱਥੇ ਥਾਂ ਸਿੰਘਾਂ ਨੂੰ ਮਿਲਿਆ, ਜਿਸ ਦੇ ਮਨ ਨੂੰ ਜਿਹੜੀ ਥਾਂ ਭਾਈ, ਸਾਰੇ ਸਿੰਘ ਆਪੋ ਆਪਣੀਆਂ ਥਾਵਾਂ ਤੇ ਪੜਾ ਕਰਕੇ ਉਤਰ ਗਏ। ਸੋ ਨਾਨ ਸਬਨ ਤਨ ਕੀਨੇ। ਸ਼ਾਮ ਆਦਿ ਨਿਰਮਲ ਜਲ ਨਾਲ ਸਭ ਨੇ ਸੋਚ ਇਸ਼ਨਾਨ ਕੀਤੇ ਹਨ। ਸ਼੍ਰੀ ਪ੍ਰਭ ਤਬ ਦਸਤਾਰ ਸਜਾਈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੇਸਾਂ 'ਚ ਕੰਘਾ ਫੇਰਿਆ। ਸੇਵਾਦਾਰਾਂ ਨੇ ਸ਼ਰਦਾਈ ਦੇ ਸ਼ਰਦਾਈਆਂ ਕੇ ਛਕਾਈਆਂ, ਸਿੰਘਾਂ ਨੇ ਵੀ ਸ਼ਰਦਾਈਆਂ ਛਕੀਆਂ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੇਸਾਂ ਵਿੱਚ ਕੰਘਾ ਫੇਰ ਜਾਇਆ ਹੈ। ਉਪਰ ਬੰਦ ਜਿਗਾ ਦਮਕਾਈ। ਔਰ
करके गरीब नवाज जी ने ऊपर सुंदर जगह सजाई है, सोहनी कलगी अपने सीस ते सजाई है। झप झूलत कलगी बार तुंग, महाराज जी दी उच्ची कलगी जिस विच बड़ी सोहनी आभाकारी मीनाकारी कीती हुई है, ਉਹ ਕਲਗੀ ਗੁਰਦੇਵ ਦੇ ਸੀਸ ਉੱਤੇ ਉੱਚੀ ਹੋ ਕੇ ਸ਼ੋਭਨੀਕ ਹੋ ਰਹੀ ਹੈ। ਲਗੇ ਜਵਾਹਰ ਜਗਮਗ ਰੰਗ, ਬੜੇ ਕੀਮਤੀ ਜਵਾਹਰਾਤ ਉਹਦੇ ਵਿੱਚ ਜੜੇ ਹੋਏ ਜਗਮਗ ਜਗਮਗ ਕਰਦੇ ਹਨ। ਆਏ ਖਾਲਸਾ ਲੱਗਿਓ ਦੀਵਾਨ, ਸਤਿਗੁਰਾਂ ਦਾ ਸਾਰਾ ਖਾਲਸਾ ਪਹੁੰਚਿਆ ਮਹਾਰਾਜ ਜੀ ਦੇ ਪਾਸ। ਸਤਿਗੁਰੂ ਜੀ ਦਾ ਦੀਵਾਨ ਸਜ ਗਿਆ। ਹੀਰਤ ਸਰਤਾ ਸੁੰਦਰ ਪਾਨ, ਦਰਿਆ ਦਾ ਕੰਢਾ ਵੇਖਿਆ ਬੜਾ ਸੁੰਦਰ ਹੈ, ਪਾਣੀ ਬੜਾ ਸਾਫ਼ ਨਿਰਮਲ ਪਹਾੜਾਂ ਦੇ ਵਿੱਚੋਂ ਉਤਰ ਰਿਹਾ ਹੈ, तो बहुत ही सुंदर स्वच्छ ते निर्मल जल बह रहा है। मंडीपति बैठे हो प्रभ पास, मंडी दा राजा खुद आप सतगुरु जी दे चरना विच हाथ जोड़ के बैठा होया है। तिस चिन्ह बोले बाक प्रकाश, कलगीधर स्वामी जी उस वेले बोले अपने मुखों बचन उचार के कहन लगे, मंद मंद चल नीर गंभीर। महाराज जी कहंदे पानी बड़ा सुंदर चल रहा है, दरिया दा बड़ा सहजे सहजे धीमी गति च चल रहा है और बड़ा डूंगा दरिया है। सुंदर शोभत है जुग तीर, और दोवें किनारे दरिया दे बड़े ही सुंदर हैं, बड़े शोभनीक किनारे ने दोवें दरिया दे। एक कट ले जल पर तर आवो, इस तरह करो ਸਿੰਘੋ ਅੱਜ एक चोज करिए, एक घड़ा लेके जाओ किनारे तो थले जा करके ओ दूर जाके कि जदों इस पासे नूं आवे जिधर बैठे आ ते इधरों निशाना ला सकीए। एक घड़ा जिहड़ा है हांडी ओ कोई किसी धात दी बनी होवे, मिट्टी दी होवेगी छेती टुट जाएगी, इस करके एक घड़ा जां हांडी भी कह दिंदे ने, ਉਹ ਲਿਆ ਕੇ ਤੁਸੀਂ ਉੱਥੇ ਜਲ ਦੇ ਵਿੱਚ ਠਿੱਲੋ ਜਲ ਦੇ ਵਿੱਚ ਰੱਖੋ। ਹੱਥੋਂ ਨਿਸ਼ਾਨਾ ਤੁਪਕ ਚਲਾਵੋ, ਔਰ ਸਿੰਘੋ ਸਾਰੇ ਨਿਸ਼ਾਨੇ ਲਾਓ, ਉਸ ਹਾਂਡੀ ਦਾ ਨਿਸ਼ਾਨਾ ਲਾ ਕੇ ਗੋਲੀਆਂ ਚਲਾਓ। ਹੁਕਮ ਖਾਲਸੇ ਪਰ ਇਮ ਪਇਓ, ਜਦੋਂ ਇਸ ਤਰ੍ਹਾਂ ਸਤਿਗੁਰਾਂ ਦਾ ਹੁਕਮ ਖਾਲਸੇ ਪ੍ਰਤੀ ਹੋਇਆ, ਏਕ ਸਿੰਘ ਕੱਟ ਲੈ ਤਬ ਗਇਓ। ਮਹਾਰਾਜ ਜੀ ਦੇ ਹੁਕਮ ਦੀ ਪਾਲਣਾ ਕਰਕੇ ਇੱਕ ਸਿੰਘ ਘੜਾ ਲੈ ਕੇ ਦਰਿਆ ਵਾਲੇ ਪਾਸੇ ਨੂੰ ਥੱਲੇ ਉਤਰਿਆ। ਜਿਤ ਤੇ ਜਲ ਆਵਤ ਤੈ ਧਰਿਓ, ਜਿਸ ਪਾਸਿਓਂ ਪਾਣੀ ਆ ਰਿਹਾ ਸੀ ਉਧਰ ਜਾ ਕਰਕੇ ਉਹ ਘੜਾ ਰੱਖ ਦਿੱਤਾ। ਸੂਦੋ ਘਟਾ ਨੀਰ ਪਰ ਤਰਿਓ, ਘੜਾ ਸਿੱਧਾ ਕਰਕੇ ਰੱਖਿਆ, ਖਾਲੀ ਘੜਾ ਸੀ, ਸਿੱਧਾ ਕਰਕੇ ਰੱਖਣ ਕਰਕੇ ਉਹ ਪਾਣੀ ਦੇ ਉੱਤੇ ਉੱਤੇ ਤਰਦਾ ਆ ਰਿਹਾ ਹੈ। ਸਕਲ ਸਿੰਘ ਲੈ ਜਵਾਲਾ ਬਮਣੀ, ਜਿੰਨੇ ਸਿੰਘ ਸਨ ਸ਼ਾਮ ਦਾ ਵੇਲਾ ਆਹੀ ਵੇਲਾ ਸੀ ਜਿਹੜੇ ਵੇਲੇ ਹੁਣ ਆਪਾਂ ਬੈਠੇ ਹਾਂ। ਸਾਰੇ ਸਿੰਘ ਉਸ ਵੇਲੇ ਬੰਦੂਕਾਂ ਫੜੀਆਂ ਹੋਈਆਂ, ਜਵਾਲਾ ਬਮਣੀਆਂ ਬੰਦੂਕਾਂ ਪਕੜ ਕੇ ਸਿਸਤ ਬੰਨਣ ਲੱਗੇ, ਨਿਸ਼ਾਨਾ ਲਾਉਣ ਲੱਗੇ। ਛੋਰੀ ਗਨ ਗੋਰੀ ਅਰਧ ਮਣੀ, ਕਹਿੰਦੇ ਸਿੰਘਾਂ ਨੇ ਉਸ ਵੇਲੇ ਵਾਰੋ ਬੇਰੀ ਕਰਕੇ ਗੋਲੀ ਚਲਾਈ ਹੈ। ਰਹੇ ਚਲਾਏ ਸਿੰਘ ਬਹੁ ਤੇਰੇ, ਬਹੁਤ ਸਾਰੇ ਸਿੰਘਾਂ ਨੇ ਗੋਲੀਆਂ ਦਾਗੀਆਂ, ਬਹੁਤ ਸਾਰੇ ਸਿੰਘਾਂ ਨੇ ਗੋਲੀਆਂ ਚਲਾਈਆਂ। ਇੱਕ ਨਾ ਲੱਗੀ ਕੱਟ ਕੇ ਤਿਸ ਬੇਰੇ, ਹਾਲਾਂਕਿ ਜਿੰਨੇ ਸਿੰਘ ਸਨ ਬੜੇ ਬੜੇ ਨਿਸ਼ਾਨਚੀ ਸੀ, ਪਰ ਮਹਾਰਾਜ ਜੀ ਦੀ ਪਤਾ ਨਹੀਂ ਕੀ ਕਲਾ ਵਰਤੀ ਕਿ ਕਿਸੇ ਵੀ ਸਿੰਘ ਦੀ ਗੋਲੀ ਜਿਹੜੀ ਸੀ ਉਹ ਘੜੇ ਨੂੰ ਨਹੀਂ ਲੱਗੀ। ਉਹ ਜਿਹੜੀ ਹਾਂਡੀ ਟੁਰੀ ਆਉਂਦੀ ਸੀ, ਘੜਾ ਟੁਰਿਆ ਆਉਂਦਾ ਸੀ ਨਾ ਪਾਣੀ 'ਚ, ਤੇ ਦੇਵਨੇਤ ਪਾਣੀ ਵੀ ਹੌਲੇ ਹੌਲੇ ਚੱਲਦਾ ਸੀ, ਉੱਥੇ ਥੋੜਾ ਸੀ ਪਾਣੀ ਤੇ ਡੂੰਘਾ ਸੀ। ਸਿੰਘਾਂ ਨੇ ਗੋਲੀਆਂ ਚਲਾਈਆਂ, ਸਾਰਿਆਂ ਨੇ ਨਿਸ਼ਾਨੇ ਲਾਏ, ਦੋ ਦੋ ਵੇਰੀ ਵੀ ਗੋਲੀ ਕਈਆਂ ਨੇ ਚਲਾਈ, ਪਰ ਉਸ ਹਾਂਡੀ ਨੂੰ ਕੋਈ ਵੀ ਤੋੜ ਨਹੀਂ ਸਕਿਆ। ਕਿਸੇ ਦੀ ਵੀ ਗੋਲੀ ਉਸ ਹਾਂਡੀ ਨੂੰ ਨਹੀਂ ਲੱਗੀ। ਛੋਰ ਚੋਰ ਉਰ ਮੈਂ ਬਿਸਮਾਏ, ਸਿੰਘ ਗੋਲੀ ਚਲਾਉਂਦੇ ਆ ਨਿਸ਼ਾਨਾ ਲਾ ਕੇ, ਪਰ ਜਦੋਂ ਗੋਲੀ ਨਹੀਂ ਵੱਜਦੀ ਉਸ ਘੜੇ ਨੂੰ ਤੇ ਬੜੇ ਹੈਰਾਨ ਹੁੰਦੇ ਆ ਵੀ ਇਹ ਕੀ ਕਲਾ ਵਰਤ ਰਹੀ ਹੈ, ਕੀ ਖੇਡ ਹੋ ਰਹੀ ਹੈ
ਕਿ ਗੋਲੀ ਉਸ ਘੜੇ ਦੇ ਨੇੜੇ ਤੇੜੇ ਵੀ ਨਹੀਂ ਲੱਗਦੀ। ਇਹ ਕਿਆ ਭਇਓ ਨ ਜਾਣੀ ਜਾਏ। ਬੜੇ ਹੈਰਾਨ ਹੋਏ ਕਿ ਆਖਰ ਇਹ ਹੋਇਆ ਕੀ ਹੈ। ਬੜੇ ਬੜੇ ਨਿਸ਼ਾਨਚੀ ਸਿੰਘ ਸੀ ਜਿਹੜੇ ਆਵਾਜ਼ ਸੁਣ ਕੇ ਗੋਲੀ ਮਾਰ ਦਿੰਦੇ ਸਨ ਤੇ ਨਿਸ਼ਾਨੇ ਨੂੰ ਵੱਜਦੀ ਸੀ। ਪਰ ਅੱਜ ਇਹ ਕੀ ਖੇਡ ਵਰਤੀ ਹੈ, ਇਸ ਘੜੇ ਨੂੰ ਇਹ ਗੋਲੀ ਕਿਉਂ ਨਹੀਂ ਪਈ ਵੱਜਦੀ? ਅੱਗੇ ਸਤਲੁਜ ਦਰਿਆ ਵਿੱਚ ਵੀ ਐਸੇ ਕਈ ਵਾਰੀ ਚੋਜ ਕੀਤੇ ਨੇ, ਘੜਾ ਰੱਖ ਕੇ ਦਰਿਆ ਵਿੱਚ ਕਈ ਵਾਰੀ ਪਹਿਲਾਂ ਵੀ ਗੋਲੀਆਂ ਦਾਗੀਆਂ ਨੇ, ਪਰ ਅੱਜ ਇਹ ਕੀ ਖੇਡ ਵਰਤੀ ਹੈ ਕਿ ਇਸ ਘੜੇ ਨੂੰ ਕੋਈ ਵੀ ਗੋਲੀ ਸਪਰਸ਼ ਨਹੀਂ ਕਰ ਰਹੀ, ਨਹੀਂ ਲੱਗ ਰਹੀ। ਤਬ ਸਤਿਗੁਰ ਕਰ ਤੁਪਕ ਉਠਾਈ। ਫਿਰ ਸਤਿਗੁਰੂ ਜੀ ਨੇ ਉਸ ਵੇਲੇ ਬੰਦੂਕ ਆਪਣੇ ਪਵਿੱਤਰ ਦਸਤ ਕਮਲਾਂ ਵਿੱਚ ਪਕੜੀ। ਦੇ ਗਿਰ ਪਤ ਕੋ ਗਿਰਾ ਅਲਾਈ। ਉਹ ਬੰਦੂਕ ਆਪਣੇ ਹੱਥਾਂ ਵਿੱਚ, ਸਤਿਗੁਰਾਂ ਦੀ ਜਿਹੜੀ ਆਪਣੀ ਬੰਦੂਕ ਸੀ ਨਾ ਕਮਰ ਕੱਸੇ ਦੀ, ਉਹ ਬੰਦੂਕ ਅੱਜ ਵੀ ਮੰਡੀ ਸੁਸ਼ੋਭਤ ਹੈ, ਜਿਹੜੀ ਕਲਗੀਧਰ ਪਾਤਸ਼ਾਹ ਦੇ ਪਾਵਨ ਦਸਤ ਕਮਲਾਂ ਦੀ। ਪਾਡਲ ਸਾਹਿਬ ਉਸ ਸਥਾਨ ਦਾ ਨਾਮ ਦਰਿਆ ਦੇ ਕੰਢੇ ਤੇ ਸੁੰਦਰ ਰਮਣੀਕ ਸਥਾਨ ਹੈ। ਸੰਗਤਾਂ ਦਰਸ਼ਨ ਦਿਦਾਰੇ ਕਰਦੀਆਂ ਹਨ। ਉੱਥੇ ਉਹ ਮਹਾਰਾਜ ਜੀ ਦੀਆਂ ਨਿਸ਼ਾਨੀਆਂ ਵਜੋਂ ਬੰਦੂਕ ਸੋਭਨੀਕ ਹੈ। ਇੱਕ ਸਤਿਗੁਰਾਂ ਦਾ ਬੜਾ ਸੋਹਣਾ ਪਲੰਗਾ ਮੰਜਾ 6x3 ਦਾ, ਤੇ ਆਕਾਰ ਵਿੱਚ ਥੱਲਿਓਂ ਜ਼ਮੀਨ ਤੋਂ ਉੱਪਰ ਨੂੰ ਛੋਟਾ ਹੈ, ਵੱਡਾ ਮੰਜਾ ਮਹਾਰਾਜ ਸੱਚੇ ਪਾਤਸ਼ਾਹ ਦੇ ਬਿਰਾਜਣ ਲਈ ਉਹ ਵੀ ਸੋਭਨੀਕ ਹੈ। ਸਤਿਗੁਰਾਂ ਦੀ ਬੜੀ ਸੁੰਦਰ ਰਬਾਬ ਸੋਭਨੀਕ ਹੈ। ਤੋ ਇਹ ਮਹਾਰਾਜ ਜੀ ਦੀਆਂ ਨਿਸ਼ਾਨੀਆਂ ਉੱਥੇ ਸੋਭਨੀਕ ਨੇ ਜੋ ਸੰਗਤਾਂ ਦਰਸ਼ਨ ਦਿਦਾਰੇ ਕਰਦੀਆਂ। ਉਹ ਬੰਦੂਕ ਜੋ ਉੱਥੇ ਅੱਜ ਵੀ ਸੋਭਨੀਕ ਹੈ, ਮਹਾਰਾਜ ਜੀ ਨੇ ਮੰਡੀ ਦੇ ਰਾਜੇ ਨੂੰ ਆਪ ਆਪਣੇ ਹੱਥੀਂ ਫੜਾਈ। ਫੜਾ ਕੇ ਮੰਡੀ ਦੇ ਰਾਜੇ ਨੂੰ ਬੰਦੂਕ ਤੇ ਸਤਿਗੁਰੂ ਜੀ ਕਹਿਣ ਲੱਗੇ, ਤੂੰ ਪ੍ਰਹਾਰ ਗੋਰੀ ਇਸਮਾਈ। ਮਹਾਰਾਜ ਜੀ ਕਹਿਣ ਲੱਗੇ, ਰਾਜਾ ਆ ਬੰਦੂਕ ਦੇ ਨਾਲ ਤੂੰ ਗੋਲੀ ਦਾਗ। ਇਹ ਜਿਹੜਾ ਘੜਾ ਆਉਂਦਾ ਹੈ ਇਹਦਾ ਨਿਸ਼ਾਨਾ ਤੂੰ ਲਾ। ਹੱਥ ਬੇ ਬਿਨਾ ਲੱਛ ਰਹਿ ਨਾਈ। ਇਹ ਨਿਸ਼ਾਨਾ ਐਸਾ ਨਹੀਂ ਕਿ ਇਹਨੂੰ ਮਾਰਿਆ ਨਾ ਜਾ ਸਕੇ, ਨਹੀਂ ਕਿ ਇਹਨੂੰ ਫੁੰਡਿਆ ਨਾ ਜਾ ਸਕੇ। ਹੱਥ ਬੰਦ ਗੁਰ ਪਗ ਕਰ ਨਮੋ। ਭਾਈ ਸਿੱਧ ਸੈਨ ਰਾਜੇ ਮੰਡੀ ਨੇ ਹੱਥ ਜੋੜ ਕੇ ਮਹਾਰਾਜ ਜੀ ਨੂੰ ਪ੍ਰਣਾਮ ਕਰਕੇ ਮੰਡੀ ਪਤੀ ਲੈ ਕਰ ਤੈ ਸਮੋ। ਉਹ ਬੰਦੂਕ ਭਰੀ ਹੋਈ ਮੰਡੀ ਦੇ ਰਾਜੇ ਨੇ ਆਪਣੇ ਹੱਥਾਂ ਵਿੱਚ ਲਈ। ਪ੍ਰਥਮ ਪ੍ਰਹਾਰੀ ਘਟ ਉਲਟਿਓ। ਪਹਿਲੀ ਗੋਲੀ ਚਲਾਈ, ਉਹ ਗੋਲੀ ਜਾ ਕੇ ਘੜੇ ਨੂੰ ਵੱਜੀ ਤੇ ਘੜਾ ਮੂਧਾ ਹੋ ਗਿਆ। ਕਿਉਂਕਿ ਕਿਸੇ ਧਾਤ ਦਾ ਬਣਿਆ ਹੋਣਾ, ਘੜਾ ਮਿੱਟੀ ਦਾ ਹੁੰਦਾ ਤਾਂ ਟੁੱਟ ਜਾਂਦਾ। ਪਹਿਲੀ ਗੋਲੀ ਮਾਰੀ ਤਾਂ ਕਹਿੰਦੇ ਉਹ ਘੜਾ ਜਿਹੜਾ ਸੀ ਉਹ ਉਲਟ ਗਿਆ। ਸੂਦੇ ਤੇ ਮੂਦਾ ਕਰ ਦਇਓ। ਸਿੱਧੇ ਤੋਂ ਘੜਾ ਜਿਹੜਾ ਸੀ ਮੂਧਾ ਹੋ ਗਿਆ। ਭਏ ਪ੍ਰਸੰਨ ਬਿਲੋਕ ਗੁਸਾਈ। ਕਲਗੀਧਰ ਪਾਤਸ਼ਾਹ ਵੇਖ ਕੇ ਬੜੇ ਪ੍ਰਸੰਨ ਹੋਏ। 10ਵੇਂ ਪਾਤਸ਼ਾਹ ਬੜੇ ਖੁਸ਼ ਹੋਏ। ਮੰਡੀ ਪਤੀ ਸੋ ਗਿਰਾ ਅਲਾਈ। ਜਦੋਂ ਪਹਿਲੀ ਗੋਲੀ ਜਾ ਕੇ ਸਿੱਧੀ, ਦੂਜੀ ਨਹੀਂ ਚਲਾਣੀ ਪਈ, ਇੱਕੋ ਗੋਲੀ ਦੇ ਨਾਲ ਹੀ ਜਦੋਂ ਘੜੇ ਗੋਲੀ ਵੱਜੀ ਤੇ ਉਹ ਘੜਾ ਮੂਧਾ ਹੋ ਗਿਆ ਨਾ, ਉਲਟਾ ਹੋ ਗਿਆ। ਤੇ ਵੇਖ ਕੇ ਸਤਿਗੁਰੂ ਪ੍ਰਸੰਨ ਹੋ ਕੇ ਬੋਲੇ। ਬਾਜਾਂ ਵਾਲੇ ਸੁਆਮੀ ਕਹਿਣ ਲੱਗੇ, ਹਿਰਦੇ ਕਾਮਨਾ ਜੋ ਤੁਵ ਹੋਈ। ਮਹਾਰਾਜ ਜੀ ਕਹਿੰਦੇ, ਹੇ ਰਾਜਾ ਸਿੱਧ ਸੈਨ, ਤੇਰੇ ਮਨ ਦੀ ਜੋ ਕਾਮਨਾ ਹੈ, ਤੇਰੇ ਹਿਰਦੇ ਦੀ ਜੋ ਇੱਛਾ ਹੈ, ਜਾਂਚ ਲਿਓ ਹਮ ਪੁਰਵੇਂ ਸੋਈ। ਉਹ ਤੁਸੀਂ ਸਾਡੇ ਕੋਲੋਂ ਮੰਗ ਲਵੋ, ਤੁਹਾਡੇ ਮਨ ਦੀ ਉਹ ਕਾਮਨਾ ਅਸੀਂ ਪੂਰੀ ਕਰਾਂਗੇ। ਮੰਗੋ ਰਾਜਾ ਸਿੱਧ ਸੈਨ ਜੀ, ਕੀ ਇੱਛਾ ਹੈ ਤੁਹਾਡੀ, ਕੀ ਕਾਮਨਾ ਹੈ? ਜੋ ਕਾਮਨਾ ਕਰੋਗੇ ਅਸੀਂ ਪੂਰੀ ਕਰਾਂਗੇ। ਹੱਥਿਓ ਨਿਸ਼ਾਨਾ ਹੀਰ ਪ੍ਰਸੰਨ। ਤੂੰ ਵਾਕਈ ਬੜਾ ਸੁੰਦਰ ਨਿਸ਼ਾਨਾ ਲਾਇਆ ਰਾਜਾ ਸਿੱਧ ਸੈਨ, ਤੇ ਤੂੰ ਜਦੋਂ ਨਿਸ਼ਾਨੇ ਤੇ ਗੋਲੀ ਮਾਰੀ ਹੈ, ਸਾਨੂੰ ਵੇਖ ਕੇ ਬੜੀ ਖੁਸ਼ੀ ਹੋਈ ਹੈ ਕਿ ਤੂੰ ਨਿਸ਼ਾਨੇ ਨੂੰ ਵਿੰਨਿਆ। ਤੂੰ ਐਨ ਨਿਸ਼ਾਨੇ ਦੇ ਉੱਤੇ ਗੋਲੀ ਮਾਰੀ ਹੈ। ਮਹਾਰਾਜ ਜੀ ਕਹਿੰਦੇ, ਸਾਨੂੰ ਬੜੀ ਪ੍ਰਸੰਨਤਾ ਹੋਈ ਹੈ ਤੇਰੀ ਇਸ ਨਿਸ਼ਾਨੇਬਾਜ਼ੀ ਨੂੰ ਵੇਖ ਕੇ। ਗੋਰੀ ਮਾਰ ਸਕਿਓ ਨੇ ਆਨਨ। ਵੇਖੋ ਕਿੰਨੇ ਸਿੰਘ ਲੱਗੇ ਸਨ ਨਿਸ਼ਾਨਾ ਲਾਉਣ ਲਈ, ਕਿਸੇ ਹੋਰ ਸਿੰਘ ਕੋਲੋਂ ਗੋਲੀ ਨਹੀਂ ਵੱਜੀ ਨਿਸ਼ਾਨੇ ਤੇ ਘੜੇ ਤੇ, ਪਰ ਤੂੰ ਪਹਿਲੀ ਗੋਲੀ ਹੀ ਨਿਸ਼ਾਨੇ ਤੇ ਮਾਰ ਦਿੱਤੀ ਹੈ। ਹੇ ਰਾਜਾ ਸਿੱਧ ਸੈਨ, ਅਸੀਂ ਬੜੇ ਖੁਸ਼ ਹੋਏ ਹਾਂ
ਕਿ ਤੂੰ ਵਾਕਈ ਬੰਦੂਕ ਚਲਾਉਣ ਵਿੱਚ ਬੜਾ ਧਨੀ ਹੈ, ਨਿਪੁੰਨ ਹੈ। ਮੰਗ ਤੇਰੇ ਮਨ ਦੀ ਕੀ ਕਾਂਖ ਹੈ, ਕੀ ਇੱਛਾ ਹੈ। ਸੁਨ ਗਿਰਪਤ ਕਰ ਜੋਰ ਬਤਾਈ। ਮਹਾਰਾਜ ਜੀ ਦੇ ਬਚਨ ਸੁਣ ਕੇ ਰਾਜਾ ਸਿੱਧ ਸੈਨ ਬੋਲਿਆ, ਸ਼੍ਰੀ ਪ੍ਰਭ ਮੁਝ ਕੋ ਚਾਹ ਨ ਕਾਈ। ਕਹਿਣ ਲੱਗਾ, ਹੇ ਸਤਿਗੁਰੂ ਜੀ, ਮੈਨੂੰ ਕੋਈ ਇੱਛਾ ਨਹੀਂ ਹੈ, ਮੈਨੂੰ ਕੋਈ ਇੱਛਾ ਨਹੀਂ ਹੈ। ਇਹਨੂੰ ਕਹਿੰਦੇ ਆ ਸਤੀ ਦੇ ਸੰਤੋਖੀ ਖਾਏ। ਦੇਣ ਵਾਲੇ ਨੇ ਆਖਿਆ, ਮੰਗ ਕੀ ਚਾਹੀਦਾ ਹੈ? ਪਰ ਅੱਗੋਂ ਜਿਸ ਨੇ ਮੰਗਣਾ ਉਹ ਕਹਿੰਦਾ, ਮਹਾਰਾਜ ਜੀ ਕੁਝ ਨਹੀਂ ਚਾਹੀਦਾ। ਸਤਿਗੁਰੂ ਆਪ ਜੀ ਦਾ ਦਿੱਤਾ ਸਭ ਕੁਝ ਹੈ, ਕੁਝ ਨਾ ਹੋਵੇ ਤੇ ਮੰਗਾ। ਮਹਾਰਾਜ ਕੁਝ ਨਹੀਂ ਚਾਹੀਦਾ। ਦੂਧ ਪੂਤ ਤਨ ਤਾਮ ਕਨੇਰੇ। ਤੁਹਾਡੇ ਤਰਸ ਨਾਲ, ਕਿਰਪਾ ਨਾਲ ਘਰ ਵਿੱਚ ਦੁੱਧ ਵੀ ਹੈ, ਪੁੱਤ ਵੀ ਹੈ, ਧਨ ਵੀ ਹੈ। ਕਿਰਪਾ ਆਪ ਕੀਤੇ ਘਰ ਮੇਰੇ। ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਘਰ ਵਿੱਚ ਆਹੀ ਚੀਜ਼ਾਂ ਹੁੰਦੀਆਂ ਨੇ, ਦੁੱਧ ਪੁੱਤ ਧਨ। ਤੋ ਮਹਾਰਾਜ ਜੀ ਇਹ ਸਾਰੀਆਂ ਵਸਤੂਆਂ ਮੇਰੇ ਘਰ ਵਿੱਚ ਪਹਿਲਾਂ ਹੀ ਤੁਹਾਡੀਆਂ ਦਿੱਤੀਆਂ ਹੋਈਆਂ ਹਨ। ਕਹਾਂ ਜਾਚ ਨਾ ਕਰੋ ਗੁਸਾਈ। ਇਹ ਜਗਤ ਗੁਸਾਈ ਮੈਂ ਹੋਰ ਕੀ ਮੰਗਾ, ਹੋਰ ਮੈਨੂੰ ਕੀ ਚਾਹੀਦਾ? ਮਹਾਰਾਜ ਸਭ ਕੁਝ ਤਾਂ ਪਹਿਲਾਂ ਹੀ ਆਪ ਜੀ ਨੇ ਬਖਸ਼ਿਆ ਹੋਇਆ ਹੈ। ਪ੍ਰਥਮ ਕਰੀ ਪੂਰਨ ਸਮੁਦਾਈ। ਮਹਾਰਾਜ ਜੋ ਕਾਂਖਾ ਪਹਿਲੋਂ ਸੀ ਮੇਰੇ ਹਿਰਦੇ ਵਿੱਚ, ਉਹ ਆਪ ਜੀ ਨੇ ਕਿਰਪਾ ਕਰਕੇ ਪੂਰਨ ਕਰ ਦਿੱਤੀ ਹੈ। ਸੁਨ ਪੁਨ ਭਨਿਓ ਪ੍ਰਭੂ ਕੁਛ ਮੰਗ। ਸੁਣ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਹੇ ਰਾਜਾ ਸਿੱਧ ਸੈਨ, ਅਸੀਂ ਪ੍ਰਸੰਨ ਹਾਂ। ਸਾਡਾ ਮਨ ਕਰਦਾ ਤੁਸੀਂ ਕੁਝ ਮੰਗੋ, ਸਾਡਾ ਦਿਲ ਕਰਦਾ ਅਸੀਂ ਤੁਹਾਨੂੰ ਕੁਝ ਦਾਨ ਦੇਈਏ। ਪੂਰਨ ਹੋਏ ਦੇਰ ਨਹਿ ਲਾਗ। ਇਹ ਸਾਡਾ ਬਚਨ ਹੈ, ਜੋ ਤੁਸੀਂ ਮੰਗੋਗੇ, ਜੋ ਕਾਂਖਾ ਕਰੋਗੇ ਉਹ ਤੁਹਾਡੀ ਪੂਰਨ ਹੋਵੇਗੀ, ਦੇਰੀ ਨਹੀਂ ਲੱਗੇਗੀ। ਰਿਸ ਪ੍ਰਸੰਨ ਨੇ ਨਿਫਲ ਹਮਾਰੀ। ਸਾਡਾ ਰਿਸ ਤੇ ਸਾਡੀ ਪ੍ਰਸੰਨਤਾ ਕਦੇ ਨਿਸ਼ਫਲ ਨਹੀਂ ਜਾਂਦੀ। ਜਾਂ ਤੇ ਦਿਓ ਚਾਹੇ ਉਰ ਤਾਰੀ। ਇਸ ਕਰਕੇ ਅਸੀਂ ਤੁਹਾਨੂੰ ਕੁਝ ਦੇਣਾ ਚਾਹੁੰਦੇ ਹਾਂ ਰਾਜਾ ਸਿੱਧ ਸੈਨ। ਹੇ ਰਾਜਾ ਮੰਡੀ, ਤੁਸੀਂ ਮੰਗੋ, ਤੁਹਾਡੀ ਕੀ ਕਾਂਖਾ ਹੈ? ਤਬ ਮੰਡੀ ਪਤੀ ਹਰਖ ਉਚਾਰਾ। ਰਾਜਾ ਬੜਾ ਖੁਸ਼ ਸੀ ਸਤਿਗੁਰਾਂ ਦੇ ਬਚਨ ਸੁਣ ਕੇ, ਤੇ ਬੋਲਿਆ ਬੜੀ ਖੁਸ਼ੀ ਨਾਲ, ਕਹਿਣ ਲੱਗਾ, ਬੋ ਪੁਸ਼ਤਨ ਲਗ ਰਾਜੀ ਹਮਾਰਾ। ਮਹਾਰਾਜ ਕਿਰਪਾ ਕਰੋ, ਮੇਰੀਆਂ ਕੁੱਲਾਂ ਵਿੱਚ ਬਹੁ ਪੁਸ਼ਤਾਂ ਤੱਕ ਜਿਹੜਾ ਰਾਜ ਭਾਗ ਹੈ, ਰਹੇ ਇਸੀ ਬਿਦ ਜਾਚਨ ਕਰੋ। ਮਹਾਰਾਜ ਮੈਂ ਮੰਗਦਾ ਹਾਂ ਮੇਰੀਆਂ ਪੁਸ਼ਤਾਂ 'ਚ ਇਸੇ ਤਰ੍ਹਾਂ ਇਹ ਰਾਜ ਭਾਗ ਬਣਿਆ ਰਹੇ। ਮੇਰੀਆਂ ਜਿਹੜੀਆਂ ਨਸਲਾਂ ਨੇ, ਅੱਗੇ ਪੁਸ਼ਤਾਂ ਨੇ ਮਹਾਰਾਜ, ਉਹਨਾਂ ਦਾ ਇਹ ਰਾਜ ਭਾਗ ਇਸੇ ਤਰ੍ਹਾਂ ਬਰਕਰਾਰ ਰਹੇ। ਇਹ ਕਿਰਪਾ ਕਰੋ ਮਹਾਰਾਜ ਜੀ, ਜੇ ਦਾਨ ਦੇਣਾ ਤਾਂ ਇਹ ਦਾਨ ਦੇ ਕੇ ਨਵਾਜੋ। ਇਹ ਇੱਛਾ ਇੱਕ ਉਰ ਮੈਂ ਧਰਾਂ। ਇਹ ਇੱਛਾ ਇੱਕ ਜ਼ਰੂਰ ਮੇਰੇ ਹਿਰਦੇ ਵਿੱਚ ਹੈ ਕਿ ਮੇਰੀ ਪੁਸ਼ਤਾਂ ਦੇ ਵਿੱਚ ਵੀ ਮੇਰਾ ਰਾਜ ਭਾਗ ਬਣਿਆ ਰਹੇ। ਉਪਜੇ ਪੰਥ ਸਮੂਹ ਤੁਮਾਰੇ। ਕਿ ਆਉਣ ਵਾਲੇ ਸਮੇਂ ਵਿੱਚ ਮਹਾਰਾਜ ਆਪ ਜੀ ਦਾ ਤੇਜਸਵੀ ਖਾਲਸਾ ਪੰਥ ਉਪਜਣਾ ਹੈ। ਆਪ ਜੀ ਦਾ ਮਹਾਨ ਪ੍ਰਤਾਪੀ ਖਾਲਸਾ ਪੰਥ ਹੋਣਾ, ਉਹਦਾ ਰਾਜ ਹੋਣਾ। ਕਰੇ ਰਾਜ ਛੀਨੇ ਨ੍ਰਿਪ ਸਾਰੇ। ਉਦੋਂ ਇਹਨਾਂ ਸਾਰੇ ਪਹਾੜੀ ਰਾਜਿਆਂ ਦੇ ਰਾਜ ਖੋਏ ਜਾਣੇ ਨੇ, ਖਾਲਸੇ ਨੇ ਖੋਹ ਲੈਣੇ ਹਨ ਇਹਨਾਂ ਕੋਲੋਂ। ਪੰਥ ਨੇ, ਆਪ ਜੀ ਦੇ ਖਾਲਸੇ ਪੰਥ ਨੇ ਇਹਨਾਂ ਪਹਾੜੀ ਰਾਜਿਆਂ ਕੋਲੋਂ ਰਾਜ ਖੋਹ ਲੈਣੇ ਹਨ। ਸੁਨ ਸਤਿਗੁਰ ਤਤਕਾਲ ਉਚਾਰਾ। ਰਾਜ ਉਦੋਂ ਮੇਰੀ ਕੁੱਲ ਵਿੱਚ ਜਿਹੜਾ ਰਾਜਾ ਹੋਵੇਗਾ ਉਹਦਾ ਰਾਜ ਬਣਿਆ ਰਹੇ, ਆਪ ਜੀ ਦਾ ਪੰਥ ਉਹਦਾ ਰਾਜ ਨਾ ਖੋ ਸਕੇ, ਇਹ ਵਰ ਦਿਓ, ਇਹ ਬਖਸ਼ਿਸ਼ ਕਰੋ। ਇਹ ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਜੋ ਚੀਨੇ ਗੋ ਰਾਜ ਤੁਮਾਰਾ। ਮਹਾਰਾਜ ਜੀ ਕਹਿਣ ਲੱਗੇ, ਹੇ ਰਾਜਾ ਸਿੱਧ ਸੈਨ, ਜਿਹੜਾ ਵੀ ਆ ਕੇ ਤੇਰਾ ਰਾਜ ਖੋਵੇਗਾ, ਇਸ ਘਟ ਸਮ ਮੂਦਾ ਕਰ ਹੋਵੇ। ਜਿਵੇਂ ਆ ਘੜਾ ਮੂਦਾ ਹੋ ਗਿਆ ਨਾ ਗੋਲੀ ਵੱਜਣ ਨਾਲ, ਜਿਹੜਾ ਤੇਰੇ ਤੇ ਚੜ ਕੇ ਆਵੇਗਾ ਇਸੇ ਤਰ੍ਹਾਂ ਜਿਵੇਂ ਘੜਾ ਉਲਟਾ ਹੋਇਆ, ਏਦਾਂ ਉਲਟ ਕੇ ਉਹਨੂੰ ਵਾਪਸ ਮੁੜਨਾ ਪਵੇਗਾ।
ਮੂਧਾ ਹੋ ਕੇ ਪਿਛਲੇ ਪੈਰੀ ਉਹਨੂੰ ਵਾਪਸ ਜਾਣਾ ਪਵੇਗਾ। ਜੋ ਚੀਨੇ ਇਤ ਆਏ ਨ ਜੋਵੈ, ਜਿਹੜਾ ਆ ਕੇ ਇੱਥੇ ਤੇਰੇ ਘਰ ਦੀ ਮਹਿਮਾ ਨੂੰ ਨਾ ਵੇਖ ਕੇ ਕਿ ਤੂੰ ਸਾਡੇ ਘਰ ਦਾ ਸੇਵਕ ਹੈ, ਆ ਕੇ ਜਬਰੀ ਤੇਰਾ ਰਾਜ ਖੋਵੇਗਾ। ਸੁਨ ਭੂਪਤ ਕੀਨਸ ਪਗ ਨਮੋ, ਉਹ ਉਲਟ ਜਾਏਗਾ, ਉਹ ਉਲਟ ਜਾਏਗਾ ਜਿਵੇਂ ਘੜਾ ਉਲਟਿਆ ਹੈ। ਇਹ ਬਚਨ ਜਦੋਂ ਕਲਗੀਧਰ ਪਾਤਸ਼ਾਹ ਦੇ ਰਾਜੇ ਮੰਡੀ ਨੇ ਸੁਣੇ, ਚੜ ਤੁਰੰਗ ਚਾਲੇ ਤੈ ਸਮੋ। ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵੇਲੇ ਗੁਰਦੇਵ ਦੇ ਚਰਨਾਂ ਵਿੱਚ ਰਾਜੇ ਨੇ ਨਮਸਕਾਰ ਕੀਤੀ ਤੇ ਚੱਲ ਪਿਆ। ਸਲਤਾ ਉਲੰਗਤ ਮੰਡੀ ਆਏ, ਉਹ ਦਰਿਆ ਪਾਰ ਕਰਕੇ ਮੰਡੀ ਪਹੁੰਚੇ ਹਨ। ਉਤਰਿਓ ਸਿਵਰ ਆਨ ਸਮੁਦਾਇ, ਮਹਾਰਾਜ ਜੀ ਦਾ ਸਾਰਾ ਡੇਰਾ ਮੰਡੀ ਸ਼ਹਿਰ ਦੇ ਵਿੱਚ ਉਤਰਿਆ ਹੈ। ਸਰਬ ਰੀਤ ਕੀ ਨ੍ਰਿਪ ਕੀਏ ਸੇਵਾ, ਸਰਬ ਪ੍ਰਕਾਰ ਨਾਲ ਮੰਡੀ ਦੇ ਰਾਜੇ ਨੇ ਸਤਿਗੁਰਾਂ ਦੀ ਸੇਵਾ ਟਹਿਲ ਕੀਤੀ ਹੈ। ਕਰੇ ਰਿਝਾਵਨ ਸ਼੍ਰੀ ਗੁਰਦੇਵਾ, ਸਤਿਗੁਰੂ ਜੀ ਨੂੰ ਇੱਥੇ ਰੱਖ ਕੇ ਬੜਾ ਪ੍ਰਸੰਨ ਕੀਤਾ। ਗੁਰਦੇਵ ਦੀ ਸੇਵਾ ਕਰਕੇ ਮਹਾਰਾਜ ਜੀ ਦੀਆਂ ਖੁਸ਼ੀਆਂ ਲਈਆਂ। ਕੀਤਕ ਦਿਨ ਪ੍ਰਭ ਤਾਹਾਂ ਟਿਕਾਏ, ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਇਹਨੇ ਬੇਨਤੀ ਕਰਕੇ ਆਪਣੇ ਕੋਲ ਹੀ ਕਿਲੇ 'ਚ ਟਿਕਾਇਆ। ਸੇਵੈ ਭੂਪਤ ਕਰ ਬਹੁ ਪਾਏ, ਰਾਜਾ ਬੜੀ ਭਾਵਨਾ ਨਾਲ ਬੜੇ ਅਦਬ ਨਾਲ ਸਤਿਗੁਰੂ ਕਲਗੀਧਰ ਜੀ ਦੇ ਚਰਨਾਂ ਦੀ ਸੇਵਾ ਕਰਦਾ ਹੈ। ਇੱਕ ਦਿਨ ਹਿਤ ਅਖੀਰ ਲੈ ਗਇਓ, ਇੱਕ ਦਿਨ ਸਤਿਗੁਰੂ ਜੀ ਨੂੰ ਸ਼ਿਕਾਰ ਖੇਡਣ ਵਾਸਤੇ ਮੰਡੀ ਦਾ ਰਾਜਾ ਸਿੱਧ ਸੈਨ ਬੇਨਤੀ ਕਰਕੇ ਨਾਲ ਲੈ ਕੇ ਗਿਆ। ਸੰਗ ਆਪੋਏ ਬਨ ਵਿਚਰਿਓ, ਆਪ ਨਾਲ ਚੱਲ ਕੇ ਸਤਿਗੁਰਾਂ ਨੂੰ ਦੱਸਦਾ, ਮਹਾਰਾਜ ਇੱਥੇ ਸ਼ਿਕਾਰ ਬੜਾ ਮਿਲਦਾ ਹੈ, ਇੱਥੇ ਸ਼ਿਕਾਰ ਬਹੁਤ ਹੈ। ਤੂੰ ਆਪ ਬਨ ਵਿੱਚ ਜੰਗਲ ਵਿੱਚ ਸਤਿਗੁਰਾਂ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਲਈ ਵਿਚਰਦਾ ਹੈ। ਗੜ ਕਮਲਾਹ ਨਿਕਟ ਚੱਲ ਗਏ, ਕਮਲਾਹ ਗੜ ਇੱਥੇ ਇੱਕ ਕਿਲਾ ਹੈ ਬਹੁਤ ਵੱਡਾ, ਬੜਾ ਵਿਸ਼ਾਲ ਕਿਲਾ ਹੈ। ਮਹਾਮਵਾਸੀ ਥਲ ਦਿਖ ਰਹੇ, ਇਹਨੇ ਉਹ ਕਿਲਾ ਮਹਾਰਾਜ ਜੀ ਨੂੰ ਵਿਖਾਇਆ। ਮਹਾਰਾਜ ਇਹ ਬੜਾ ਆਕੀ ਕਿਲਾ ਹੈ। ਇਹ ਕਮਲਾਗੜ ਜਿਹੜਾ ਕਿਲਾ ਹੈ ਮਹਾਰਾਜ, ਇਹ ਬੜਾ ਮਵਾਸੀ ਹੈ, ਵੱਡਿਆਂ ਵੱਡਿਆਂ ਕੋਲੋਂ ਵੀ ਨਹੀਂ ਤੋੜਿਆ ਗਿਆ। ਤਿਸ ਕੇ ਨਿਕਟ ਸਿਵਰ ਕਰ ਦਇਓ, ਕਲਗੀਧਰ ਪਾਤਸ਼ਾਹ ਜੀ ਨੇ ਉਸੇ ਕਿਲੇ ਦੇ ਨੇੜੇ ਹੀ ਜਾ ਕੇ ਡੇਰਾ ਕੀਤਾ। ਇੱਕ ਗੜ ਗੁਰੂ ਤਾਹਾਂ ਰਚ ਲਿਓ, ਨੇੜੇ ਹੀ ਉਹ ਕਮਲਾਗੜ ਜਿਹੜਾ ਸੀ ਜਿੱਥੇ ਸਤਿਗੁਰਾਂ ਡੇਰਾ ਕੀਤਾ, ਮਹਾਰਾਜ ਜੀ ਆਖਿਆ ਇੱਥੇ ਇੱਕ ਅਸੀਂ ਆਪਣਾ ਕਿਲਾ ਵੀ ਬਣਾਉਣਾ। ਉਹ ਕਮਲਾਗੜ ਦੇ ਨੇੜੇ ਮਹਾਰਾਜ ਜੀ ਨੇ ਇੱਕ ਆਪਣੇ ਨਾਂ ਤੇ ਕਿਲਾ ਰਚਿਆ। ਉਸ ਕਿਲੇ ਦੀ ਸੇਵਾ ਮੰਡੀ ਦੇ ਰਾਜੇ ਨੇ ਕਰਵਾਈ। ਉਸ ਕਿਲੇ ਦਾ ਨਾਂ ਸਤਿਗੁਰੂ ਜੀ ਨੇ ਗੋਬਿੰਦਗੜ੍ਹ ਰੱਖਿਆ। ਬੈਠੇ ਬਚਨ ਪਇਓ ਗੁਰ ਕੇਰੋ, ਬੈਠਿਆ ਮਹਾਰਾਜ ਜੀ ਦਾ ਬਚਨ ਹੋਇਆ। ਇਸ ਥਲ ਪੰਥ ਆਏ ਜਬ ਮੇਰੋ, ਮਹਾਰਾਜ ਜੀ ਕਹਿੰਦੇ ਸਮਾਂ ਆਵੇਗਾ ਜਦੋਂ ਮੇਰੇ ਪੰਥ ਦਾ ਪ੍ਰਤਾਪ ਵਧੇਗਾ। ਮੇਰਾ ਖਾਲਸਾ ਇਸ ਜਗ੍ਹਾ ਤੇ ਆ ਜਿੱਥੇ ਅਸੀਂ ਗੋਬਿੰਦਗੜ੍ਹ ਕਿਲਾ ਬਣਾ ਕੇ ਬੈਠੇ ਹਾਂ, ਇੱਥੇ ਸਾਡਾ ਖਾਲਸਾ ਪੰਥ ਆਵੇਗਾ। ਤਬ ਕਮਲਾ ਮਵਾਸੀ ਲੈ ਹੈ, ਉਦੋਂ ਆ ਜਿਹੜਾ ਕਮਲਾਗੜ੍ਹ ਕਿਲਾ ਕਿਹਾ ਜਾਂਦਾ ਵੀ ਆਕੀ ਹੈ, ਤੋੜਿਆ ਨਹੀਂ ਜਾ ਸਕਦਾ। ਮੇਰਾ ਖਾਲਸਾ ਆ ਕੇ ਇਸ ਕਿਲੇ ਨੂੰ ਤੋੜ ਕੇ ਫਤਿਹ ਕਰੇਗਾ। ਮੇਰਾ ਪੰਥ ਆਵੇਗਾ ਔਰ ਆ ਕੇ ਇਸ ਕਿਲੇ ਨੂੰ ਤੋੜ ਕੇ ਇਸ ਤੇ ਫਤਿਹ ਪ੍ਰਾਪਤ ਕਰੇਗਾ। ਰਾਜ ਆਪਣਾ ਇਹਾਂ ਟਿਕੈ ਹੈ, ਔਰ ਇੱਥੇ ਮੇਰੇ ਖਾਲਸੇ ਪੰਥ ਦਾ ਰਾਜ ਟਿਕੇਗਾ। ਸੁਨ ਮੰਡੀ ਪਤੀ ਕਥਾ ਬਖਾਨੀ, ਸੁਣ ਕੇ ਮੰਡੀ ਦਾ ਰਾਜਾ ਜੋ ਉਸ ਕਿਲੇ ਦੇ ਬਾਬਤ ਕਹਾਵਤਾਂ ਸਨ। ਕਿਲੇ ਜਦੋਂ ਵੱਡੇ ਵੱਡੇ ਬਣਦੇ ਐ, ਉਹਨਾਂ ਕਿਲਿਆਂ ਦੇ ਸੰਬੰਧ ਵਿੱਚ ਵੱਡੀਆਂ ਵੱਡੀਆਂ ਕਹਾਣੀਆਂ ਲੋਕਾਂ ਵਿੱਚ ਉਦਾਂ ਹੀ ਪ੍ਰਚਲਿਤ ਹੋ ਜਾਂਦੀਆਂ, ਜਿਨ੍ਹਾਂ ਨੂੰ ਦੰਦ ਕਥਾਵਾਂ ਕਹਿੰਦੇ ਨੇ। ਜਿਹੜੀਆਂ ਉਸ ਕਮਲਾਗੜ੍ਹ ਕਿਲੇ ਦੇ ਵਾਸਤੇ ਦੰਦ ਕਥਾਵਾਂ ਪ੍ਰਚਲਿਤ ਸਨ, ਉਹ ਮੰਡੀ ਦੇ ਰਾਜੇ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਦੱਸੀਆਂ। ਸਭ ਤੇ ਰਿਓ ਮਵਾਸ ਮਹਾਨੀ, ਕਹਿਣ ਲੱਗਾ ਮਹਾਰਾਜ ਇਹ ਕਿਲਾ ਹਰ ਇੱਕ ਤੋਂ ਬਾਗੀ ਰਿਹਾ, ਇਹ ਕਿਲਾ ਹਰ ਇੱਕ ਤੋਂ ਆਕੀ ਰਿਹਾ। ਪ੍ਰਥਮ ਸਿਕੰਦਰ ਇਸ ਥਲ ਆਇਓ, ਮਹਾਰਾਜ ਜੀ ਸੁਣਿਆ ਹੈ ਕਿ ਸਿਕੰਦਰ ਜਿਹਨੇ ਸਾਰੀ ਅੱਧੀ ਦੁਨੀਆ ਜਿੱਤ ਲਈ ਸੀ,
ਉਹ ਇੱਥੇ ਚੱਲ ਕੇ ਆਇਆ ਸੀ। चित में चाहत इसे छुटायो। ਸਿਕੰਦਰ ਚਾਹੁੰਦਾ ਸੀ ਇਸ ਕਮਲਾਗੜ ਕਿਲੇ ਨੂੰ ਜਿੱਤ ਕੇ ਇਹਦੇ ਤੇ ਆਪਣਾ ਨਿਸ਼ਾਨ ਚੁਲਾਵੇ। कर बो जतन गयो सोहारा। ਮਹਾਰਾਜ ਉਹਨੇ ਬੜਾ ਯਤਨ ਕੀਤਾ ਪਰ ਉਹ ਇਸ ਕਿਲੇ ਨੂੰ ਨਹੀਂ ਜਿੱਤ ਸਕਿਆ। ਆਖਰਕਾਰ ਉਹਨੂੰ ਇਸ ਕਿਲੇ ਤੋਂ ਖਾਲੀ ਹੱਥ ਵਾਪਸ ਹਾਰ ਕੇ ਮੁੜਨਾ ਪਿਆ। तिस टिग अफलातून उचारा। ਸਿਕੰਦਰ ਦੇ ਨੇੜੇ ਤੇੜੇ ਰਹਿਣ ਵਾਲਾ ਇੱਕ ਅਫਲਾਤੂਨ ਨਾਮ ਦਾ ਬੜਾ ਅਹਿਲਕਾਰ ਸੀ, ਉਹਦਾ ਸਿਆਣਾ। जिसके सम बुद्धि किसकी नाई। ਇੰਨਾ ਤੇਜ਼ ਦਿਮਾਗ ਸੀ ਅਫਲਾਤੂਨ ਕਿ ਉਹਦੇ ਸਮਾਨ ਕਿਸੇ ਦੀ ਤੇਜ਼ ਬੁੱਧੀ ਨਹੀਂ ਸੀ। ਅਫਲਾਤੂਨ ਦੇ ਸੰਬੰਧ ਵਿੱਚ ਬੜੀਆਂ ਕਹਾਣੀਆਂ ਲੋਕਾਂ ਵਿੱਚ ਪ੍ਰਚਲਿਤ ਨੇ ਕਿ ਇੱਕ ਦਿਨ ਕਾਲ ਧਰਮ ਰਾਜਾ ਕਹਿਣ ਲੱਗਾ ਵੀ ਅਫਲਾਤੂਨ ਦੀ ਮੌਤ ਆਈ। ਇਹਨੇ ਆਪਣੇ ਵਰਗੇ ਕਈ ਕਲਬੂਤ ਰਚ ਲਏ, ਆਪ ਵਿੱਚ ਖਲੋ ਗਿਆ ਵੀ ਪਛਾਣ ਨਾ ਸਕੇ ਵੀ ਵਿੱਚ ਅਫਲਾਤੂਨ ਕਿਹੜਾ ਹੈ। ਇਹ ਕਹਾਵਤਾਂ ਉਹਦੀ ਸਿਆਣਪ ਦੇ ਸੰਬੰਧ 'ਚ ਜਿਵੇਂ ਕਲਪਨਾਵਾਂ ਦੀ ਕਹਾਣੀਆਂ ਬਣ ਜਾਂਦੀਆਂ ਨੇ। ਤੋ ਜਦੋਂ ਕਹਿੰਦੇ ਧਰਮ ਰਾਜਾ ਆਇਆ, ਉਹਨਾਂ ਸਾਰੇ ਕਲਬੂਤਾਂ ਨੂੰ ਕੋਲ ਖਲੋ ਕੇ ਵੇਖ ਕੇ ਕਹਿੰਦਾ ਆਹ ਕਲਬੂਤ ਵੀ ਬੜਾ ਸੋਹਣਾ, ਆਹ ਵੀ ਬੜਾ ਸੋਹਣਾ। ਤੇ ਚਲਦਿਆਂ ਚਲਦਿਆਂ ਇੱਕ ਦੇ ਕੋਲ ਆ ਕੇ ਕਹਿੰਦਾ ਆਹ ਥੋੜਾ ਜਿਹਾ ਠੀਕ ਨਹੀਂ ਬਣਿਆ, ਜਿਹੜਾ ਅਸਲੀ ਸੀ ਅਫਲਾਤੂਨ ਉਹ ਵਿੱਚੋਂ ਬੋਲ ਪਿਆ। ਕਹਿੰਦਾ ਜੀ ਕਿਹੜਾ? ਕਹਿੰਦਾ ਕਿਹੜਾ ਤਾਂ ਬਾਅਦ 'ਚ ਦੱਸਾਂਗਾ, ਚੱਲ ਪਹਿਲਾਂ ਤੈਨੂੰ ਹੀ ਲੈਣ ਆਇਆ ਸੀ, ਲੁਕਿਆ ਖਲੋਤਾ ਸੀ ਵੀ ਕਾਲ ਤੋਂ ਥੋੜੀ ਬਚ ਜਾਏਗਾ ਤੂੰ। ਅਫਲਾਤੂਨ ਵਾਸਤੇ ਇਦਾਂ ਦੀਆਂ ਬਹੁਤ ਕਹਾਣੀਆਂ ਪ੍ਰਚਲਿਤ। ਦੱਸ ਰਿਹਾ ਹੈ ਮੰਡੀ ਦਾ ਰਾਜਾ। ਮਹਾਰਾਜ ਉਹ ਜਿਹੜਾ ਅਫਲਾਤੂਨ ਸੀ ਜਿਹਨੂੰ ਬੜਾ ਦਿਮਾਗੀ ਕਹਿੰਦੇ ਸਨ, ਜਿਸ ਵਰਗਾ ਤੇਜ ਤਰਾਰ ਦਿਮਾਗ ਬੰਦਾ ਕੋਈ ਨਹੀਂ ਸੀ। अद्भुत मत अतिथि तिस पाई। ਇਹਦੇ ਕੋਲ ਬੜੀ ਅਦਭੁਤ ਮਤ ਸੀ। तिसने पर्वत की नस जानी। ਉਹਨੇ ਪਹਾੜਾਂ ਦੀ ਜਿਹੜੀ ਇਹ ਨਸ ਸੀ ਉਹ ਜਾਣੀ। टंक दई तब निखुट्यो पानी। ਮਹਾਰਾਜ ਉਹ ਜਦੋਂ ਆਇਆ ਨਾ ਇੱਥੇ ਇਸ ਕਿਲੇ ਦੀ ਕਮਲਾਗੜ੍ਹ ਦੀ, ਉਹਦੇ ਕਮਜ਼ੋਰੀ ਵੇਖੀ ਵੀ ਇੱਥੇ ਇੱਕ ਪਾਣੀ ਜਿਹੜਾ ਅੰਦਰ ਜਾਂਦਾ ਹੈ, ਉਹ ਪਾਣੀ ਅੰਦਰ ਜਾਣ ਦਾ ਜਿਹੜਾ ਜਿੱਥੋਂ ਪਾਣੀ ਜਾਂਦਾ ਸੀ ਉਹਨੇ ਪਾਣੀ ਬੰਦ ਕਰ ਦਿੱਤਾ। ਉਹਨੇ ਇਹਦੀ ਨਸ ਸਮਝ ਲਈ ਵੀ ਕਿੱਥੋਂ ਇਹਨੂੰ ਕਾਬੂ ਕੀਤਾ ਜਾ ਸਕਦਾ। ਉਹਨੇ ਨਸ ਫੜ ਲਈ। ਇਹਦੀ ਨਸ ਕੀ ਸੀ ਕਿ ਜਿਹੜਾ ਪਾਣੀ ਜਾਂਦਾ ਸੀ ਇਸ ਕਿਲੇ ਦੇ ਅੰਦਰ, ਉਸ ਪਾਣੀ ਨੂੰ ਉਹਨੇ ਆ ਕੇ ਅਫਲਾਤੂਨ ਨੇ ਰੋਕ ਦਿੱਤਾ। अतर नृप जप सुरपत केरा। ਇੱਥੇ ਇੱਕ ਰਾਜਾ ਸੀ, ਅਤਰ ਨਾਮ ਦਾ ਰਾਜਾ ਸੀ। ਉਹਦੇ ਤੇ ਫਿਰ ਇੰਦਰ ਜਿਹੜਾ ਸੀ ਉਹ ਪ੍ਰਸੰਨ ਹੋਇਆ। पयो प्रसन्न आए तिस बेरा। ਪ੍ਰਸੰਨ ਹੋ ਕੇ ਰਾਜੇ ਅਤਰ ਦੇ ਉੱਤੇ ਆਇਆ। एक पत्थरी कन जुत कर दीन। ਮਹਾਰਾਜ ਇੱਥੇ ਕਹਾਣੀ ਪ੍ਰਚਲਿਤ ਹੈ ਵੀ ਇੰਦਰ ਨੇ ਇੱਕ ਪੱਥਰੀ ਛੋਟੀ ਜੀ ਉਹ ਰਾਜੇ ਅਤਰ ਨੂੰ ਦੇ ਦਿੱਤੀ ਕਮਲਾਗੜ੍ਹ ਦੇ ਕਿਲੇ ਵਿੱਚ। सो संपट में पावन कीन। ਉਹਨੇ ਉਹ ਪੱਥਰੀ ਲੈ ਕੇ ਇੱਕ ਡੱਬੇ ਦੇ ਵਿੱਚ ਪਾ ਲਈ। पैसा पर कन केर आकारा। ਮਹਾਰਾਜ ਜਿਵੇਂ ਇੱਕ ਛੋਟਾ ਜਿਹਾ ਪੈਸਾ ਹੁੰਦਾ, ਏਦਾਂ ਦਾ ਇੱਕ ਛੋਟਾ ਜਿਹਾ ਬੱਦਲ ਉਹਦਾ ਬਣਦਾ ਸੀ ਜਦੋਂ ਪੱਥਰੀ ਬਾਹਰ ਕੱਢਦਾ ਸੀ। जब खोले तब कर विस्तारा। ਜਦੋਂ ਖੋਲਦਾ ਸੀ ਤੇ ਉਹ ਬੱਦਲ ਦਾ ਬੜਾ ਵੱਡਾ ਵਿਸਥਾਰ ਹੋ ਜਾਂਦਾ ਸੀ। इस गिर सम होए कर बरसावे। ਜਿਹੜਾ ਇਹ ਪਹਾੜ ਹੈ ਇਹਦੇ ਵਰਗਾ ਹੋ ਕੇ ਫਿਰ ਉਹ ਮੀਂਹ ਪਾ ਦਿੰਦਾ ਸੀ ਕਿਲੇ ਦੇ ਅੰਦਰ। अधिक नीर की नस मन पावे। ਮਨ ਭਾਉਂਦਾ ਪਾਣੀ ਜਿਹੜਾ ਸੀ ਉਹ ਫਿਰ ਉੱਥੇ ਅੰਦਰ ਬਣ ਜਾਂਦਾ ਸੀ। जब संपुट में पत्थरी तरे। ਪੱਥਰੀ ਜਦੋਂ ਮੁੜ ਕੇ ਡੱਬੇ ਦੇ ਵਿੱਚ ਰੱਖ ਦਿੰਦਾ ਸੀ। लगू होए सपुंट में कन बरे। ਉਹ ਕਹਿੰਦੇ ਜਿਹੜਾ ਉਹ ਬੱਦਲ ਹੁੰਦਾ ਸੀ ਵੱਡਾ, ਉਹ ਫਿਰ ਛੋਟਾ ਜਿਹਾ ਹੋ ਕੇ ਪੈਸੇ ਕਿ ਜਿੰਨਾ ਆਕਾਰ ਬਣਾ ਕੇ ਉਸ ਪੱਥਰੀ ਦੇ ਨਾਲ ਹੀ ਡੱਬੇ ਵਿੱਚ ਵਸ ਜਾਂਦਾ ਸੀ। ਇਹ ਕਹਾਣੀ ਇੱਥੇ ਪ੍ਰਚਲਿਤ ਹੈ। जब चाहे तब ले निकारी। ਜਦੋਂ ਕਿਤੇ ਉਹਨੂੰ ਮੀਂਹ ਦੀ ਲੋੜ ਪੈਂਦੀ ਸੀ ਪਾਣੀ ਦੀ, ਉਹ ਰਾਜਾ ਉਹਦੇ ਵਿੱਚੋਂ ਪੱਥਰੀ ਬਾਹਰ ਕੱਢ ਲੈਂਦਾ ਸੀ ਤੇ ਪਾਣੀ ਇਕੱਠਾ ਕਰਕੇ ਮੁੜ ਕੇ ਫਿਰ ਵਿੱਚ ਪਾ ਦਿੰਦਾ ਸੀ। बरखा वे बरखा बरबारी। ਏਦਾਂ ਜਦੋਂ ਉਹਦਾ ਮਨ ਕਰਨਾ ਉਹਨੇ ਮੀਂਹ ਪਾ ਲੈਣਾ। हीर सिकंदर एव मवास। ਇਹ ਤਾਂ ਅਫਲਾਤੂਨ ਤੇ ਸਿਕੰਦਰ ਵਰਗੇ ਵੀ ਇਸ ਕਿਲੇ ਨੂੰ ਮਹਾਰਾਜ ਜੀ ਨਹੀਂ ਜਿੱਤ ਸਕੇ। ਉਹਨਾਂ ਆਖਿਆ ਵੀ ਇਹ ਕਿਲਾ ਆਕੀ ਹੈ ਸਾਡੇ ਤੋਂ। त्याग दई गढ़ ले बेआस। ਉਹਨਾਂ ਨੇ ਇਸ ਕਿਲੇ ਨੂੰ ਲੈਣ ਦੀ ਜਿਹੜੀ ਆਸ ਸੀ
ਉਹ ਛੱਡ ਦਿੱਤੀ, ਤਿਆਗ ਦਿੱਤੀ। ਗਇਓ ਅਪਰ ਥਲ ਰਿਓ ਮਵਾਸ। ਫਿਰ ਇੱਥੋਂ ਚਲਾ ਗਿਆ ਤੇ ਇਹ ਕਿਲਾ ਜਿਹੜਾ ਸੀ ਇਹ ਬਾਗੀ ਰਿਹਾ। ਅਪਰ ਕੌਣ ਲੈ ਬੇਕਰ ਆਸ। ਮਹਾਰਾਜ ਸਿਕੰਦਰ ਤੇ ਅਫਲਾਤੂਨ ਵਰਗੇ ਨਹੀਂ ਕਿਲਾ ਜਿੱਤ ਸਕੇ ਤੇ ਹੋਰ ਭਲਾ ਕੌਣ ਜਿੱਤ ਸਕਦਾ ਹੈ। ਸਤਿਗੁਰ ਕਹਿਓ ਸਮਾ ਅਸ ਹੋਏ। ਮਹਾਰਾਜ ਜੀ ਕਹਿੰਦੇ ਰਾਜਾ ਮੰਡੀ ਇਹੋ ਜਿਹਾ ਸਮਾਂ ਆਵੇਗਾ। ਆਨ ਖਾਲਸਾ ਤੋਰੇ ਸੋਏ। ਜਿਹੜੇ ਕਿਲੇ ਨੂੰ ਸਿਕੰਦਰ ਨਹੀਂ ਤੋੜ ਸਕਿਆ, ਜਿਹੜੇ ਕਿਲੇ ਨੂੰ ਅਫਲਾਤੂਨ ਨਹੀਂ ਤੋੜ ਸਕਿਆ, ਉਸ ਕਿਲੇ ਨੂੰ ਸਾਡਾ ਖਾਲਸਾ ਤੋੜ ਕੇ ਫਤਿਹ ਕਰੇਗਾ। ਇਮ ਕਹਿ ਬਸੇ ਦੁਰਗ ਰਚ ਤਹਾਂ। ਇਸ ਤਰ੍ਹਾਂ ਕਹਿ ਕੇ ਸਤਿਗੁਰੂ ਜੀ ਨੇ ਆਪਣਾ ਵੱਖਰਾ ਕਿਲਾ ਉੱਥੇ ਨੇੜੇ ਰਚ ਲਿਆ। ਨਾਮ ਗੋਬਿੰਦਗੜ੍ਹ ਤਿਸ ਕੋ ਕਹਾ। ਉਸ ਕਿਲੇ ਦਾ ਨਾਮ ਗੋਬਿੰਦਗੜ੍ਹ ਮਹਾਰਾਜ ਜੀ ਨੇ ਰੱਖਿਆ। ਔਰ ਖਾਲਸਾ ਜੀ ਪਾਤਸ਼ਾਹ ਦੇ ਬਚਨ ਸੱਚ ਹੋਏ। ਉਸ ਵਕਤ ਤਕਰੀਬਨ 1839 ਦੇ ਨੇੜੇ ਤੇੜੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਮੰਡੀ ਦੇ ਇਲਾਕੇ ਤੇ ਇਸ ਪਾਸੇ ਆ ਕੇ ਕਮਲਾਗੜ੍ਹ ਕਿਲੇ ਦੇ ਉੱਤੇ ਫਤਿਹ ਪ੍ਰਾਪਤ ਕੀਤੀ। ਇਸ ਕਿਲੇ ਨੂੰ ਜਿੱਤ ਕੇ ਨਿਸ਼ਾਨ ਚਲਾਇਆ। ਕਲਗੀਧਰ ਸਵਾਮੀ ਜੀ ਦੇ ਪਾਵਨ ਬਚਨ ਸੱਤ ਹੋਏ। ਤੋ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਮੈਂ ਖੋਜ ਕੀਤੀ। ਖੋਜ ਤੋਂ ਪਤਾ ਲੱਗਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਜਦੋਂ ਚਲਾਣਾ ਕਰ ਗਏ, ਉਹਨਾਂ ਦੇ ਚਲਾਣੇ ਤੋਂ ਬਾਅਦ ਹਾਂਜੀ ਕੀਤਕ ਦਿਨ ਪ੍ਰਭ ਤਾਂ ਗੁਜ਼ਾਰੇ। ਕੁਝ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਇੱਥੇ ਰਹੇ, ਔਰ ਪ੍ਰਭੂ ਹੋਏ ਕਰ ਅਸਵਾਰੇ। ਮਹਾਰਾਜ ਜੀ ਸਵਾਰ ਹੋ ਕਰਕੇ ਸ੍ਰੀ ਅਨੰਦਪੁਰ ਕੋ ਚਲ ਆਏ। ਸ੍ਰੀ ਅਨੰਦਪੁਰ ਸਾਹਿਬ ਕਲਗੀਧਰ ਜੀ ਵਾਪਸ ਆ ਗਏ। ਸੰਗ ਖਾਲਸਾ ਚੜ ਸਮੁਦਾਏ। ਉਸ ਵਕਤ ਖਾਲਸਾ ਵੀ ਮਹਾਰਾਜ ਜੀ ਦੇ ਨਾਲ ਵਾਪਸ ਆ ਗਿਆ। ਕਵੀ ਕਹੇ ਜੋ ਗੁਰ ਬਰ ਦੀਨੋ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਹੜਾ ਵਾਰ ਗੁਰੂ ਕਲਗੀਧਰ ਜੀ ਨੇ ਮੰਡੀ ਦੇ ਰਾਜੇ ਨੂੰ ਦਿੱਤਾ ਸੀ, ਸੋ ਹਮਨੇ ਅਵਲੋਕਨ ਕੀਨੋ। ਭਾਈ ਸਾਹਿਬ ਕਹਿੰਦੇ ਉਹ ਮੈਂ ਆਪਣੀਆਂ ਅੱਖਾਂ ਨਾਲ ਪੂਰਾ ਹੁੰਦਾ ਵੇਖਿਆ। ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ 1839 ਤੋਂ ਬਾਅਦ ਜਦੋਂ ਮਹਾਰਾਜਾ ਸ਼ੇਰ ਸਿੰਘ ਤੇ ਫਿਰ ਉਹਦਾ ਬੇਟਾ ਕੁੰਵਰ ਨੋ ਨਿਹਾਲ ਸਿੰਘ ਇਹ ਗੱਦੀ ਤੇ ਬੈਠੇ, ਰਾਜ ਗੱਦੀ ਤੇ, ਉਹਨਾਂ ਦੇ ਵੇਲੇ ਦਾ ਸਮਾਂ ਹੈ। ਜਿਸ ਭੂਪਤ ਸਿੰਘ ਮੰਡੀ ਲੀਨ। ਕਹਿੰਦੇ ਜਾ ਕੇ ਮੰਡੀ ਤੇ ਰਾਜੇ ਕੁੰਵਰ ਨੋ ਨਿਹਾਲ ਸਿੰਘ ਹੋਣਾ ਨੇ ਪਹਿਲਾਂ ਮਹਾਰਾਜਾ ਸ਼ੇਰ ਸਿੰਘ ਨੇ ਹੁਕਮ ਕੀਤਾ, ਫਿਰ ਉਹਨਾਂ ਦੇ ਪੁੱਤਰ ਕੁੰਵਰ ਨੋ ਨਿਹਾਲ ਸਿੰਘ ਨੇ ਮੰਡੀ ਤੇ ਜਾ ਕੇ ਹਮਲਾ ਕੀਤਾ। ਤਤਕਾਲ ਤਿਸ ਕੋ ਫਲ ਦੀਨ। ਗੁਰਦੇਵ ਨੇ ਕਿਹਾ ਸੀ ਜਿਹੜਾ ਵੀ ਆ ਕੇ ਤੇਰੀ ਮੰਡੀ ਵੱਲ ਹਮਲਾ ਕਰੇਗਾ ਉਹ ਮੂਧਾ ਹੋ ਕੇ ਵਾਪਸ ਜਾਏਗਾ। ਕਹਿੰਦੇ ਤਤਕਾਲ ਉਸੇ ਵੇਲੇ ਉਹਨਾਂ ਦੋਨਾਂ ਪਿਓ ਪੁੱਤਰਾਂ ਨੂੰ ਦੰਡ ਪ੍ਰਾਪਤ ਹੋਇਆ। ਉਤੋੜ ਉੱਤੀ ਕੁਝ ਸਮੇਂ ਵਿੱਚ ਪਹਿਲਾਂ ਸ਼ੇਰ ਸਿੰਘ ਦਾ ਕਤਲ ਹੋ ਗਿਆ, ਸ਼ੇਰ ਸਿੰਘ ਨੂੰ ਮਾਰਿਆ ਗਿਆ ਡੋਗਰਿਆਂ ਵੱਲੋਂ। ਫਿਰ ਕੁੰਵਰ ਨੋ ਨਿਹਾਲ ਸਿੰਘ ਪਿਓ ਦਾ ਸੰਸਕਾਰ ਕਰਕੇ ਮੁੜਿਆ ਆਉਂਦਾ ਸੀ, ਉੱਤੇ ਛੱਜਾ ਸੁੱਟ ਕੇ ਉਹਨੂੰ ਵੀ ਮਾਰ ਦਿੱਤਾ ਡੋਗਰਿਆਂ ਨੇ। ਤੋ ਇਸ ਪ੍ਰਕਾਰ ਨਾਲ ਕਹਿੰਦੇ ਮੰਡੀ ਤੇ ਹਮਲਾ ਕੀਤਾ ਸੀ ਇਹਨਾਂ ਨੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਅੱਖਾਂ, ਕਿਉਂਕਿ ਇਹ ਕਥਾ ਭਾਈ ਸਾਹਿਬ ਜਦੋਂ ਲਿਖ ਰਹੇ ਨੇ ਉਦੋਂ ਸ਼ੇਰੇ ਪੰਜਾਬ ਰਣਜੀਤ ਸਿੰਘ ਦਾ ਰਾਜਕਾਲ ਸੀ। ਉਹਨਾਂ ਦੇ ਚਲਾਣੇ ਤੋਂ ਬਾਅਦ ਰਾਜਾ ਖੜਗ ਸਿੰਘ ਜੀ, ਮਹਾਰਾਜਾ ਕੁੰਵਰ ਨੋ ਨਿਹਾਲ ਸਿੰਘ ਜੀ ਜਦੋਂ ਬੈਠੇ, ਭਾਈ ਸਾਹਿਬ ਕਹਿੰਦੇ ਮੈਂ ਵੇਖਿਆ ਇਹਨਾਂ ਮੰਡੀ ਤੇ ਹਮਲਾ ਕੀਤਾ ਸੀ ਤੇ ਕਲਗੀਧਰ ਦੇ ਬਚਨ ਪੂਰੇ ਹੋਏ, ਇਹਨਾਂ ਨੂੰ ਦੰਡ ਮਿਲਿਆ। ਪਿਤ ਸੁਤ ਦੋਨੋਂ ਮ੍ਰਿਤਿਉ ਕੋ ਪਾਏ। ਦੋਵੇਂ ਪਿਓ ਪੁੱਤਰ ਜਿਹੜੇ ਸਾਨੂੰ ਮ੍ਰਿਤੂ ਨੂੰ ਪ੍ਰਾਪਤ ਹੋਏ। ਤਿੰਨ ਕੋ ਸਦਨ ਦਿਓ ਉਲਟਾਏ। ਸਾਰਾ ਘਰ ਹੀ ਉਲਟਾ ਕੇ ਰੱਖ ਦਿੱਤਾ। ਮੂਦਾ ਘਰ ਹਮ ਆਖਨ ਦੇਖਾ। ਭਾਈ ਸਾਹਿਬ ਕਹਿੰਦੇ ਉਹਨਾਂ ਦਾ ਘਰ ਮੂਦਾ ਹੁੰਦਾ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ। ਅਪਰ ਸਿੰਘ ਨ੍ਰਿਪ ਥਿਰਿਓ ਵਿਸ਼ੇਖਾ। ਕਹਿੰਦੇ ਉਸ ਤੋਂ ਬਾਅਦ ਜਿਹੜਾ ਹੋਰ ਰਾਜਾ ਉਹਨਾਂ ਦੀ ਥਾਂ ਦੇ ਉੱਤੇ ਬੈਠਾ। ਗੁਰ ਕੋ ਬਾਕ ਨਿਫਲ ਕਿਮ ਜਾਏ। ਕਹਿੰਦੇ ਗੁਰੂ ਸਾਹਿਬ ਜੀ ਦੇ ਬਚਨ ਭਲਾ ਨਿਸ਼ਫਲ ਕਿਵੇਂ ਜਾ ਸਕਦੇ ਹਨ। ਗੜ ਕਮਲਾਹ ਖਾਲਸੇ ਪਾਏ। ਬਾਅਦ ਵਿੱਚ ਜਿਹੜਾ ਕਮਲਾਗੜ੍ਹ ਸੀ ਇਹ ਖਾਲਸੇ ਨੇ ਫਿਰ ਫਤਿਹ ਕੀਤਾ। ਇਹ ਬਚਨ ਵੀ ਕਲਗੀਧਰ ਜੀ ਦਾ ਪੂਰਾ ਭਾਈ ਸਾਹਿਬ ਕਹਿੰਦੇ ਹੁੰਦਾ ਮੈਂ ਅੱਖਾਂ ਨਾਲ ਵੇਖਿਆ।
ਕਿਉਂਕਿ ਇਹ ਘਟਨਾਵਾਂ ਤਾਂ ਭਾਈ ਸਾਹਿਬ ਦੇ ਸਮੇਂ ਹੀ ਵਰਤੀਆਂ ਨੇ। ਇਸ ਕਰਕੇ ਕਹਿੰਦੇ ਕਮਲਾਗੜ੍ਹ ਕਿਲਾ ਜਿਹੜਾ ਮਹਾਰਾਜ ਜੀ ਨੇ ਬਚਨ ਕੀਤਾ ਸੀ ਸਾਡਾ ਖਾਲਸਾ ਜਿੱਤੇਗਾ, ਉਹ ਖਾਲਸੇ ਨੇ ਫਤਿਹ ਕੀਤਾ। ਇਹ ਬਚਨ ਵੀ ਸਤਿਗੁਰਾਂ ਦਾ ਪੂਰਾ ਹੋਇਆ। ਗੁਰਬਚ ਸਫਲ ਜਨਾਵਨ ਕਾਰਨ, ਕਿ ਕਿਵੇਂ ਸਤਿਗੁਰੂ ਜੀ ਦੇ ਬਚਨ ਪੂਰੇ ਹੁੰਦੇ ਨੇ, ਸਫਲੇ ਹੁੰਦੇ ਨੇ। ਇਹ ਪ੍ਰਸੰਗ ਪੀ ਕਰਿਓ ਉਚਾਰਨ। ਹਾਂ, ਮੈਂ ਭਾਈ ਸਾਹਿਬ ਕਹਿੰਦੇ ਪ੍ਰਸੰਗ ਇੱਥੇ ਇਹਨਾਂ ਰਾਜਿਆਂ ਦਾ ਦੱਸਿਆ ਕਿ ਕਿਵੇਂ ਕਲਗੀਧਰ ਪਾਤਸ਼ਾਹ ਦੇ ਬਚਨ ਸਫਲੇ ਹੁੰਦੇ ਨੇ। ਸੁਨ ਸ਼ਰੋਤਾ ਰਸ ਪੂਰਨ ਕਥਾ, ਸਰੋਤੇ ਸਤਿਗੁਰੂ ਜੀ ਦੀ ਇਸ ਪਾਵਨ ਕਥਾ ਨੂੰ ਰਸ ਨਾਲ ਸੁਣਦੇ ਹਨ। ਭਈ ਜਥਾ ਪਾਵਨ ਕਹਿ ਤਥਾ, ਸਰੋਤਾ ਜਨੋ ਮੈਂ ਉਸੇ ਤਰ੍ਹਾਂ ਕਹਿੰਦਾ ਹਾਂ ਜਿਵੇਂ ਵਰਤੀ ਹੈ। ਉਹ ਕਥਾ ਮਹਾਰਾਜ ਜੀ ਦੇ ਹੋਰ ਕੁਝ ਪ੍ਰਸੰਗ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। हे अच्युत हे पार ब्रह्म, हे पूरन हे सर्वमय, हे संगी हे निरंकार, हे गोविंद हे गुण निधान, हे अपरंपर हर हरे, हे संत कै सदा संग, हे ठाकुर हो दासरो, नानक दीजै नाम दान, राखो ये परो आए प्रभ शरणागति, कृपा निध दयाल, एक अखर हर मन बस्त, नानक होत निहाल, वाहिगुरु नाम जहाज है, चढ़े सो तेरे पार, शरदा कर सेवंदे, गुर पारे उतार निहार, वाहिगुरु नाम जहाज है, चढ़े सो तेरे पार, शरदा कर सेवंदे, गुर पारे उतार निहार। वाहिगुरु जी का खालसा, वाहिगुरु जी की फतेह।